ਬੰਕੇ ਲੋਇਣ ਦੰਤ ਵਿਸਾਲਾ ਤੇਰੇ ਬੰਕੇ ਲੋਇਣ ਦੰਤ ਵਿਸਾਲਾ ਸੋਹਣੇ ਨੱਕ ਸੋਹਣੇ ਨੱਕ ਜਿਨ ਲੰਬੜੇ ਵਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਲੰਬੜੇ ਵਾਲਾ ਲੰਬੜੇ ਵਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਤੇਰੇ ਬੰਕੇ ਲੋਇਣ ਦੰਤ ਵਿਸਾਲਾ ਤੇਰੇ ਬੰਕੇ ਲੋਇਣ ਦੰਤ ਵਿਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਲੰਬੜੇ ਵਾਲਾ ਲੰਬੜੇ ਵਾਲਾ ਲੰਬੜੇ ਵਾਲਾ ਲੰਬੜੇ ਵਾਲਾ ਆਸੀ ਬਾਣੀ ਸਾਡਾ ਪਹਿਲਾ ਗੁਰੂ ਬਾਬਾ ਨਾਨਕ ਜੋ ਕਿ ਸਾਰੀ ਬਾਣੀ 'ਚ ਉਹਨਾਂ ਦੀ ਬਾਣੀ ਮਹੱਲੇ ਪਹਿਲੇ ਦੀ ਪਹਿਲਾਂ ਆਏਗੀ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਮਹੱਲਾ ਪਹਿਲੇ ਦੀ ਬਾਣੀ ਆਏਗੀ ਬਾਕੀ ਬਾਅਦ 'ਚ ਆਏਗੀ। ਅਸੀਂ ਉਹਨਾਂ ਦੀ ਬਾਣੀ ਦੀ ਇੱਕ ਲਾਈਨ ਲਈ ਹੈ। ਉਹਨਾਂ ਨੂੰ ਅਕਾਲ ਪੁਰਖ ਦਾ ਝਲਕਾ ਵੱਜਾ ਤੇ ਉਹਨਾਂ ਨੇ ਇਹ ਬਾਣੀ ਲਿਖੀ ਕਿ ਹੇ ਅਕਾਲ ਪੁਰਖ ਤੇਰੇ ਬੜੇ ਲੰਮੇ ਵਾਲ ਹੈ ਔਰ ਤੇਰੀ ਨੱਕ ਬੜੀ ਲੰਮੀ ਹੈ ਸੋਹਣੀ ਹੈ ਤੇਰੇ ਦੰਦ ਬੜੇ ਸੋਹਣੇ ਹੈ ਪਰ ਸਭ ਤੋਂ ਇਹਦੇ ਵਿੱਚ ਇੱਕ ਚੀਜ਼ ਦੇ ਰਹੇ ਨੇ ਵੀ ਉਹਦੇ ਲੰਬੇ ਵਾਲ ਹੈ। ਅੱਜ ਅਸੀਂ ਉਹ ਵਿਸ਼ਾ ਛੇੜਨ ਲੱਗੇ ਹਾਂ ਜਿਹੜਾ ਸਿੱਖੀ ਦਾ ਮਾਮੂਲੀ ਵਿਸ਼ਾ ਨਹੀਂ ਹੈ। ਸਾਡੇ 10 ਗੁਰੂਆਂ ਨੇ ਕਿਉਂ ਵਾਲ ਰੱਖੇ, ਉਹਨਾਂ ਦੀ ਦਾੜੀ ਕੇਸ ਸਾਰਿਆਂ ਦੇ ਕਿਉਂ ਸੀ ਔਰ ਹਰ ਸਿੱਖ ਰੱਖਦਾ ਆ ਰਿਹਾ ਕਿਉਂ। ਕਈ ਸਵਾਲ ਪੁੱਛਦੇ ਹੈ ਜੀ ਇਹ ਰਿਸਟ੍ਰਿਕਸ਼ਨ ਕਿਉਂ ਸਿੱਖੀ 'ਚ ਲਾਈ ਜਾ ਰਹੀ ਹੈ ਕਿ ਖੰਡੇ ਬਾਟੇ ਦੀ ਪੌਲ ਦੇਣ ਲੱਗੇ ਤੁਸੀਂ ਵਾਲ ਕਿਉਂ ਰਖਾਉਂਦੇ ਹੋ। ਇੱਕ ਐਸਾ ਸਵਾਲ ਹੈ ਜਿਹੜਾ ਸਾਨੂੰ ਬਾਣੀ ਦੇ ਰਾਹੀਂ ਹੱਲ ਕਰਨਾ ਪੈਣਾ ਹੈ ਕਿਉਂਕਿ ਬਹੁਤ ਸਾਰੀਆਂ ਹੁਣ ਇੰਨੀ ਕ੍ਰਿਟਿਸਿਜ਼ਮ ਹੋ ਰਹੀ ਹੈ ਵੀ ਖੰਡੇ ਬਾਟੇ ਦੀ ਪੌਲ ਜੋ ਨਾਮ ਦੇਣਾ ਜਾਂ ਸਿੱਖ ਸੱਜਣਾ ਹੈ ਉਹਦੇ ਵਿੱਚ ਆਹ ਰਿਸਟ੍ਰਿਕਸ਼ਨ ਕਿਉਂ ਲਾਈ ਜਾ ਰਹੀ ਹੈ। ਇਹੋ ਅੱਜ ਦੀ ਸ਼ਬਦ ਚੌਂਕੀ 'ਚ ਅਸੀਂ ਗੁਰਬਾਣੀ ਰਾਹੀਂ ਹਿਸਟੋਰੀਕਲੀ ਲੌਜੀਕਲੀ ਤੇ ਮੈਡੀਕਲੀ ਸਾਬਤ ਕਰਨਾ ਹੈ ਵੀ ਜਿਹੜੇ ਵਾਲ ਹੈ ਇਹ ਕਿਉਂ ਰੱਖੇ ਜਾਂਦੇ ਹੈ ਔਰ ਕਿਹਨਾਂ ਨੇ ਵਾਲ ਰੱਖੇ ਕਿ ਇਹ ਹੁਣੇ ਰਿਵਾਜ ਤੁਰਿਆ ਗੁਰੂਆਂ ਵੇਲੇ ਜਾਂ ਕਿ ਪਹਿਲਾਂ ਵੀ ਸੀ ਔਰ ਇਹ ਕਿਹਨੇ ਰਿਵਾਜ ਹਟਾਇਆ ਕਲੀਨ ਸ਼ੇਵ ਹੋਣ ਦਾ, ਕੌਣ ਸੀ ਉਹ ਬੰਦਾ ਜ਼ਿੰਮੇਵਾਰ ਔਰ ਕੀ ਦਾੜੀਆਂ ਕੇਸ ਸਾਰੇ ਪਹਿਲਾਂ ਰੱਖਦੇ ਸੀ। ਇਹ ਅਸੀਂ ਇਤਿਹਾਸ ਰਾਹੀਂ ਔਰ ਉਹ ਕੁਰਬਾਨੀਆਂ ਦਿੱਤੀਆਂ ਹੈ ਇਸ ਵਾਲਾਂ ਨੂੰ ਸਿਰ 'ਤੇ ਰੱਖਣ ਲਈ ਜਿਹੜੀ ਅਸੀਂ ਉਹ ਵੀ ਉਜਾਗਰ ਕਰਾਂਗੇ। ਫਿਰ ਹਰ ਸਿੱਖ ਬੱਚਾ ਹਰ ਸਿੱਖ ਨੌਜਵਾਨ ਜਵਾਬ ਦੇ ਸਕੇਗਾ ਬਾਣੀ ਰਾਹੀਂ ਵੀ ਇਹ ਵਾਲ ਜ਼ਰੂਰੀ ਕਿਉਂ ਹੈ ਕਿਉਂਕਿ ਅੱਜ ਅਸੀਂ ਬੱਚੇ ਦੀ ਦਸਤਾਰਬੰਦੀ ਦੀ ਰਸਮ ਅਦਾ ਕਰਨੀ ਹੈ। ਬੱਚੇ ਦਾ ਸਿਰ 'ਤੇ ਦਸਤਾਰ ਬੰਨ੍ਹਣੀ ਹੈ ਔਰ ਦਸਤਾਰ ਦੀ ਜਿਹੜੀ ਰਸਮ ਹੈ ਸਿੱਖੀ 'ਚ ਤੁਰੀ ਆ ਰਹੀ ਹੈ ਵੀ ਬੱਚਾ ਜਦੋਂ ਵੱਡਾ ਹੋ ਜਾਏ ਤੇ ਉਹ ਦਸਤਾਰ ਬੰਨੇ, ਉਹਦੀ ਅਸੀਂ ਅੱਜ ਸੈਰੇਮਨੀ ਕਰਨੀ ਹੈ।
ਇਸ ਕਰਕੇ ਲੇਕਿਨ ਉਹਦੀ ਪਿੱਠ ਪਿੱਛੇ ਜਿੰਨ ਚਿਕਰ ਅਸੀਂ ਬੱਚੇ ਨੂੰ ਗਿਆਨ ਨਹੀਂ ਦਾਂਗੇ ਜਾਂ ਸਾਨੂੰ ਆਪ ਨਹੀਂ ਪਤਾ, ਇਸੇ ਕਰਕੇ ਲੋਕ ਦਬ ਦਾੜੀ ਕੇਸਾਂ ਮਨਾਏ ਜਾਂਦੇ। ਉਹਨਾਂ ਨੂੰ ਉਹ ਸਭ ਕਹਿੰਦੇ ਜੀ ਕਿੱਥੇ ਲਿਖੇ ਆ। ਅੱਜ ਅਸੀਂ ਉਹਨਾਂ ਨੂੰ ਇਹ ਟੇਪ ਰਾਹੀਂ ਜ਼ਾਹਰ ਕਰਾਂਗੇ ਵੀ ਆ ਦੇਖੋ ਥਾਂ ਥਾਂ ਲਿਖੇ ਆ। ਪਹਿਲਾਂ ਅਸੀਂ ਸ਼ਬਦ ਲੈਂਦੇ ਹਾਂ ਗੁਰੂ ਨਾਨਕ ਦਾ, ਜਿਹੜਾ ਉਹਨਾਂ ਨੇ ਵਾਲਾਂ ਦੇ ਮਤਲਬ ਕਾਲ ਪੁਰਖ ਨੂੰ ਦੇ ਕਿਹਾ ਹੈ, ਤੋ ਅਸੀਂ ਕਹਿੰਦੇ ਹਾਂ ਕਿਉਂ ਲਿਖਿਆ, ਕਿਉਂਕਿ ਬਾਣੀ 'ਚ ਆਉਂਦਾ ਹਰ ਕਾ ਰੂਪ ਸੋਈ ਹਰ ਜਨ ਕਾ। ਜਿੱਦਾਂ ਦਾ ਰੱਬ ਦਾ ਰੂਪ ਹੈ ਉੱਦਾਂ ਦਾ ਉਹਦੇ ਜਨਾਂ ਦਾ ਰੂਪ ਹੁੰਦਾ। ਇਸ ਕਰਕੇ ਜੋ ਹਰ ਕਾ ਰੂਪ ਸੋਈ ਹਰ ਜਨ ਕਾ, ਜਿਸ ਤਰ੍ਹਾਂ ਦਾ। ਔਰ ਅਸੀਂ ਇੱਕ ਸ਼ਬਦ ਨਹੀਂ ਦਾਂਗੇ ਇਹਨਾਂ ਕੇਸਾਂ ਦੇ ਉੱਤੇ, ਅਸੀਂ ਅਨੇਕ ਲਾਈਨਾਂ ਦਾਂਗੇ ਤਾਂ ਕਿ ਸਾਰਾ ਜਿੰਨਾ ਵੀ ਭਾਖ ਦਾ ਸਵਾਲ ਹੈ ਵੀ ਸਿੱਖ ਕੇਸ ਕਿਉਂ ਰੱਖਦੇ ਹਨ। ਅਸੀਂ ਕਹਿੰਦੇ ਹਾਂ ਤੁਹਾਡਾ ਸਵਾਲ ਹੀ ਗਲਤ ਹੈ। ਚੀਜ਼ ਬਾਹਰੋਂ ਲਿਆ ਕੇ ਰੱਖੀ ਜਾਂਦੀ ਹੈ ਕੋਈ, ਅਸੀਂ ਰੱਖਦੇ ਨਹੀਂ ਹੈ। ਅਸੀਂ ਤਾਂ ਕੁਦਰਤੀ ਉਹਨਾਂ ਨੂੰ ਪ੍ਰੀਜ਼ਰਵ ਕਰਦੇ ਹਾਂ। ਮਾਂ ਦੇ ਪੇਟ 'ਚ ਜਿੱਦਾਂ ਦਾ ਬੱਚਾ ਆਉਂਦਾ, ਬਾਲ ਜਿੱਦਾਂ ਦੇ ਸਰੀਰ 'ਤੇ ਆਉਂਦੀ, ਅਸੀਂ ਉਹਨਾਂ ਨੂੰ ਪ੍ਰੀਜ਼ਰਵ ਕਰਦੇ ਹਾਂ। ਰੱਖੀ ਦੀ ਚੀਜ਼ ਹੈ ਬਾਹਰੋਂ ਲਿਆ ਕੇ ਉੱਤੇ ਟੋਪੀ ਰੱਖੀ ਦੀ ਹੈ, ਸਾਰਾ ਹੋਰ ਕੋਈ ਚੀਜ਼ ਉੱਤੇ ਆਣ ਕੇ ਭੇਖ ਰੱਖੀ ਦਾ ਉੱਤੇ। ਬਾਲ ਤੇ ਸਾਡੇ ਜਿਸਮ ਦੇ ਨਾਲ ਕੁਦਰਤੀ ਹੈ ਸਾਰੇ। ਇਸ ਕਰਕੇ ਸਵਾਲ ਗਲਤ ਆ ਵੀ ਤੁਸੀਂ ਕਿਉਂ ਰੱਖਦੇ ਹੋ। ਸਾਨੂੰ ਪੁੱਛਣ, ਉਹਨਾਂ ਨੂੰ ਕਹਿਣਾ ਚਾਹੀਦਾ ਤੁਸੀਂ ਕਿਉਂ ਇਹਨਾਂ ਨੂੰ ਪ੍ਰੀਜ਼ਰਵ ਕਰਦੇ ਹੋ। ਆਮ ਦੁਨੀਆ ਮਨਾ ਲੈਂਦੀ ਹੈ, ਸਭ ਕੁਝ ਕਰ ਲੈਂਦੀ ਹੈ, ਤੁਸੀਂ ਕਿਉਂ ਨਹੀਂ ਮਨਾਉਂਦੇ। ਤੋ ਆਹ ਸਵਾਲ ਹੱਲ ਕਰਕੇ ਪਹਿਲਾਂ ਅਸੀਂ ਬਾਣੀ ਦੀਆਂ ਲਾਈਨਾਂ ਲਾਂਗੇ, ਫਿਰ ਅਸੀਂ ਇਤਿਹਾਸ ਲਿਜਾਵਾਂਗੇ, ਫਿਰ ਅਸੀਂ ਪੁਰਾਤਨ ਸਾਡੀ ਰਿਸ਼ੀ ਮੁਨੀਆਂ ਤੋਂ ਜਿਨ੍ਹਾਂ ਦੇ ਜੂੜੇ ਸੀ, ਜਿਨ੍ਹਾਂ ਦੀਆਂ ਦਾੜੀਆਂ ਸੀ, ਔਰ ਉਹਨਾਂ ਕੋਈ ਝੁਠਲਾ ਨਹੀਂ ਸਕਦਾ ਵੀ ਸਾਡੀ ਜਿਹੜੀ ਰੂਟਸ, ਜਿਹੜੀ ਸਾਡੀ ਹਿੰਦੂਇਜ਼ਮ ਹੈ, ਕਲਚਰ ਹੈ ਸਾਡਾ ਸ਼ੁਰੂ ਤੋਂ, ਉਹ ਸਾਰਾ ਹੀ ਉਹਨਾਂ ਦੇ ਸਿਰ 'ਤੇ ਜੂੜੇ। ਰਿਸ਼ੀ ਮੁਨੀਆਂ ਦੇ ਜਿਹੜੇ ਐਡੇ ਵੱਡੇ ਸਪਿਰਿਚੁਅਲਿਸਟ ਲੋਕ ਸੀ, ਉਹਨਾਂ ਦੇ ਸਾਰੇ ਜੂੜੇ। ਔਰ ਕਿਉਂ ਤੁਰੇ ਆ ਰਹੇ ਨੇ, ਕਿਉਂ ਹਜ਼ਰਤ ਮੁਹੰਮਦ ਸਾਹਿਬ ਦੇ ਕੇਸ ਸੀ, ਕਿਉਂ ਕ੍ਰਾਈਸਟ ਦੇ ਕੇਸ ਸੀ, ਕਿਉਂ ਟੋਲਸਟਾਏ ਦੇ ਕੇਸ ਸੀ, ਕਿਉਂ ਇੱਥੇ ਦਾ ਇੰਗਲੈਂਡ ਦਾ ਲਾਰਡ ਬਰਨਰਡ ਸ਼ਾਹ ਹੋਇਆ, ਉਹਨਾਂ ਦੀ ਕੋਈ ਹਰ ਇੱਕ ਦੇ ਕੇਸ ਕਿਉਂ ਸੀ। ਅਸੀਂ ਇਹੋ ਸਾਬਤ ਕਰਨਾ ਹੈ ਵੀ ਉਹ ਲੋਕ ਸਿਆਣੇ ਸੀ, ਉਹਨਾਂ ਨੇ ਇਹ ਚੀਜ਼ ਰੱਖੀ ਹੈ। ਇਸ ਕਰਕੇ ਅਸੀਂ ਪਹਿਲਾਂ ਗੁਰੂ ਨਾਨਕ ਦੇ ਔਰ ਬਾਕੀ ਭਗਤਾਂ ਦੇ, ਜਿਹੜੀ ਗੁਰੂ ਨਾਨਕ ਤੋਂ ਵੀ 200 ਸਾਲ ਪਹਿਲਾਂ ਹੋਏ ਹੈ, ਉਹਨਾਂ ਦਾ ਜ਼ਿਕਰ ਬਾਣੀ 'ਚ ਆਉਂਦਾ ਔਰ ਉਹਨਾਂ ਨੇ ਕੇਸ ਰੱਖੇ ਹੈ। ਭੀਖਣ ਮੁਸਲਮਾਨ ਫਕੀਰ ਹੈ, ਉਹਦੀ ਬਾਣੀ ਸਾਡੀ ਆਉਂਦੀ ਹੈ, ਉਹ ਵੀ ਕੇਸਾਂ ਦਾ ਜ਼ਿਕਰ ਕਰ ਰਿਹਾ ਹੈ। ਇਸ ਕਰਕੇ ਅਸੀਂ ਪਹਿਲਾ ਸ਼ਬਦ ਲੈਂਦੇ ਹਾਂ ਗੁਰੂ ਨਾਨਕ ਦਾ। ਤੇਰੇ ਲਿਖ ਸਕਦਾ ਸੀ ਵੀ ਅਕਾਲ ਪੁਰਖ ਕੌਣ ਮੋਨ, ਇਹ ਸੋਹਣੇ ਨੱਕ ਤ੍ਰਿਲ ਲੰਬੜੇ ਵਾਲਾ, ਸੋਹਣੇ ਨੱਕ ਤ੍ਰਿਲ ਲੰਬੜੇ ਵਾਲਾ, ਲੰਬੜੇ ਵਾਲਾ, ਲੰਬੜੇ ਨਾਲ ਮੈਡੀਕਲੀ ਸਾਬਤ ਕਰੀ ਜਾਈਏ ਵੀ ਦੁਨੀਆ ਭਰ ਦੇ ਡਾਕਟਰਾਂ ਨਾਲ ਵਿਟਾਮਿਨ ਡੀ ਦਾ ਜਿਹੜਾ ਸੋਰਸ ਦੱਸਿਆ ਹੈ। ਦੁੱਧ ਲੈਣ ਜਾਈਦਾ ਨਾ ਤੇ ਲਿਖਿਆ ਕੰਟੇਨਸ ਵਿਟਾਮਿਨ ਏ ਐਂਡ ਡੀ, ਐਡਾ ਵੱਡਾ ਵਿਟਾਮਿਨ ਹੈ। ਤੇ ਮਹਾਰਾਜ ਸਾਰੇ ਡਾਕਟਰ ਲਿਖਦੇ ਵੀ ਬੈਸਟ ਸੋਰਸ ਆਫ ਵਿਟਾਮਿਨ ਡੀ ਇਸ ਕੇਸ। ਜਿਸਮ ਦੇ ਉੱਤੇ ਜਿੰਨੇ ਬਾਲ ਹੈ ਸਾਰੇ ਹੈ, ਇਹ ਸਭ ਤੋਂ ਵੱਡਾ ਸੋਰਸ ਹੈ ਇਨਸਾਨ ਦਾ ਜਿਹੜਾ ਵਿਟਾਮਿਨ ਡੀ ਲੈ ਸਕਦਾ ਹੈ। ਇਸ ਕਰਕੇ ਅਸੀਂ ਇਹ ਮਸਲਾ ਹੌਲੀ ਹੌਲੀ ਨਾਲ ਹੱਲ ਕਰੀ ਚੱਲਾਂਗੇ, ਨਾਲ ਬਾਣੀ ਦੇ ਪ੍ਰਮਾਣ ਦਾਂਗੇ। ਤੇਰੇ ਬਨ ਕੇ ਲੋਇਣ ਦੰਤਰ ਸਾਲਾ, ਤੇਰੇ ਬਨ ਕੇ ਲੋਇਣ ਦੰਤਰ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਸੋਹਣੇ ਨੱਕ
ਆਈ ਲਾਈਨ ਇਸੇ ਕਰਕੇ ਬਾਣੀ ਚਾਹੁੰਦਾ ਕੇਸਾਂ ਕਾ ਕਰ ਚਵਰ ਆਏ ਹੈ। ਫਿਰ ਆਉਂਦਾ ਹੈ 200 ਸਾਲ ਪਹਿਲਾਂ ਦਾ ਭਗਤ ਨਾਮਦੇਵ ਜੀ ਖੂਬ ਤੇਰੀ ਪਗਰੀ ਖੂਬ ਤੇਰੀ ਪਗਰੀ ਖੂਬ ਤੇਰੀ ਪਗਰੀ ਖੂਬ ਤੇਰੀ ਪਗਰੀ। ਨਾਮਦੇਵ ਜੀ ਕਹਿੰਦੇ ਵਾਹ ਕਾਲ ਪੁਰਖ ਤੇਰੀ ਬੜੀ ਸੋਹਣੀ ਖੂਬ ਪਗੜੀ ਹੈ ਤੇਰੀ ਪਗੜੀ ਦਾ ਜ਼ਿਕਰ ਹੈ ਖੂਬ ਤੇਰੀ मीठे तेरे बोल मीठे तेरे बोल मीठे तेरे बोल मीठे तेरे बोल द्वार का नगरी आए को बोल द्वार का नगरी आए के मगोल। ਨਾਮਦੇਵ ਜੀ ਮਤਲਬ ਕਿ ਝੂਠੀ ਕਹਾਣੀ ਬਣਾ ਦਿੱਤੀ ਵੀ ਇੱਕ ਮੁਗਲ ਚੜਿਆ ਆਉਂਦਾ ਸੀ ਘੋੜੇ ਤੇ ਉਹਦੀ ਵਿਸ਼ੇ ਉਹਦਾ ਘੋੜੀ ਸੂਈ ਸੀ ਉਹ ਵਿਸ਼ੇਰੀ ਚੱਕਣ ਵਾਲਾ ਕੋਈ ਨਹੀਂ ਸੀ ਉਹਨੂੰ ਨਾਮਦੇਵ ਨੇ ਕਹਿਣ ਲੱਗਾ ਬਾ ਚੱਕੋ ਮੇਰੀ ਵਿਸ਼ੇਰੀ। ਇਹ ਸਾਰੀ ਵਾਹਿਆਤ ਕਹਾਣੀ ਹੈ। द्वारका नगरी है अंदर कर्मखंड इत्थे भगत बैठे है बेगमपुरा शहर को नाम उत्थे भगतां दा कर्मखंड है और उत्थे भगत बैठे आ कहंदे इहो जे थां क्योंकि आम हरल हरल करदे पठान मुगल और पठान हिंदुस्तान च फिर रहे सी जिहड़े कोई जुल्म कर रहे सी। नामदेव जी ने कहा भी जिहड़ी मेरी द्वारका नगरी है अंदर लाओ उत्थे मुगल नहीं आ सकते। कहते उत्थे कौन है वो आ पगड़ी वाला सोहना बंदा है एक खूब तेरी पगड़ी खूब तेरी पगड़ी मीठे तेरे बोल। मुसलमान ਜਿਹੜਾ ਘੋੜੇ ਤੇ ਚੜਿਆ ਹੁੰਦਾ ਉਹਦੇ ਲਈ ਥੋੜਾ ਕਹਿ ਸਕਦਾ ਹੈ ਮਿੱਠੇ ਤੇਰੇ ਬੋਲ। ਇਹ ਰੱਬ ਦੇ ਹੈ ਮਿੱਠ ਬੋਲਦਾ ਜੀ ਗਾਰੇ ਸੱਜਣ ਸੁਆਮੀ ਮਿੱਠ ਬੋਲਦਾ ਜੀ ਗਾਰੇ ਸੱਜਣ ਸੁਆਮੀ ਗੁਰੂ ਮਹਾਰਾਜ ਕਹਿ ਰਹੇ ਨੇ ਉਹ ਸੰਭਲ ਤਕੀ ਉਹ ਕਦੇ ਨਾ दसे गुरु सारी सिक्खी केस रखती है उत्ते पगड़ी बंनते है। अगे असी एक और शब्द लियाने हाँ जो महल्ले पंजवें का है ਉਹਦੇ ਚੋਂ ਸਾਬਤ ਸੂਰਤ शब्द दे रहे हैं भी जिहड़ा साबत सूरत है ਇਹੋ ही असल प्रवान है और मुसलमाना ਲਈ ਉਹ शब्द लिख रहे हैं। शब्द इत्थों शुरू हुंदा है अल्लो अगम खुदाई बंदे छोड़ ख्याल दुनिया के धंधे। असी थोड़े थोड़े माइल पत्थर गढ़ रहे हैं केसां दे उत्ते भी ये बड़ी ज़रूरी चीज़ है और बानी च इन्हां दा एडा जिक्र है जिहड़ा असी पिछे नहीं सुट सकते। तो मुसलमानां लई जिहड़े कि केस कट्टदे सी और दाड़ियां कट्टदे सी और उन्हां दे मुतलक महाराज दा नां उन्हां दी शरह दे उत्ते शब्द लिखिया है और इहदे च हदीस दा नां आएगा इस लाइन च। हदीस इन्हां दी शरह दी किताब है। कुरान शरीफ कुरान मजीद इन्हां दी बहुत मुबारक और उच्ची है लेकिन उन्होंने तो लहदा जिहदे ते चलदे है वो हदीस दे नाम ते चलदे है।
ਕੁਰਾਨ ਸ਼ਰੀਫ ਬਹੁਤ ਵੱਡੀ ਕਿਤਾਬ ਹੈ ਇਹਨਾਂ ਦੀ, ਜਿੱਦਾਂ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵੱਡੀ ਕਿਤਾਬ ਹੈ, ਪਰ ਅਸੀਂ ਚੱਲਦੇ ਝੂਠਿਆਂ ਰਹਿਤਨਾਮਿਆਂ ਦੇ ਮਤਲਬ। ਸਾਰੀ ਰਹਿਤ ਮਰਿਆਦਾ ਜਾਂ ਸਾਡੀ ਸਾਰੀ ਸ਼ਰ੍ਹਾ ਕਾਹਤੇ ਚੱਲਦੀ ਹੈ ਮਰਿਆਦਾ? ਉਹ ਝੂਠੇ ਰਹਿਤਨਾਮੇ ਜਿਹੜੇ ਕਿਸੇ ਗੁਰੂ ਨਾਲ ਨਹੀਂ ਬਣਾਏ। ਉਹ ਬਾਣੀ ਹੈ ਸਭ ਤੋਂ ਵੱਡਾ ਰਹਿਤਨਾਮਾ। ਸਤਿਗੁਰੂ ਦੀ ਬਾਣੀ ਜਿਹੜੀ ਹੈ ਸਾਰੀ ਇਹੋ ਹੀ ਸਾਡਾ ਰਹਿਤਨਾਮਾ ਹੈ, ਇਹੋ ਮਰਿਆਦਾ ਹੈ। ਤਦੇ ਸੁਖਮਨੀ ਸਾਹਿਬ 'ਚ ਲਿਖਿਆ ਰਹਿਤ ਅਵਰ ਕੁਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਰਹਿਤ ਹੋਰ ਹੈ ਬਾਣੀ ਦੀ, ਔਰ ਤੁਸੀਂ ਝੂਠੇ ਰਹਿਤਨਾਮਿਆਂ ਦੀ ਰਹਿਤ ਸਾਨੂੰ ਦੱਸੀ ਜਾਂਦੇ ਹੋ। ਅਸੀਂ ਬਾਣੀ ਨਾਲ ਹੀ ਸਾਬਤ ਕਰ ਰਹੇ ਹਾਂ, ਸੰਗਤਾਂ ਦੇ ਭੋਲੀਆਂ ਭਾਲੀਆਂ ਨੂੰ ਅੰਨਾ ਕੀਤਾ ਜਾ ਰਿਹਾ ਹੈ। ਜੋ ਬਾਣੀ 'ਚ ਲਾਈਨਾਂ ਹੈ ਸਾਨੂੰ ਉਹ ਦੱਸਣੀਆਂ ਚਾਹੀਦੀਆਂ। ਰਹਿਤ ਅਵਰ ਕੁਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਸਾਰਾ ਗੁਰੂ ਗ੍ਰੰਥ ਸਾਹਿਬ ਦੀਆਂ ਲਾਈਨਾਂ, ਇੱਕ ਇੱਕ ਲਾਈਨ ਸਾਡੇ ਲਈ ਰਹਿਤਨਾਮਾ ਹੈ, ਮਰਿਆਦਾ ਹੈ। ਅਸੀਂ ਇਹਦੇ ਮੁਤਾਬਕ ਚੱਲਣਾ ਹੈ। ਇਸ ਕਰਕੇ ਉਹਦੇ 'ਚ ਮੁਸਲਮਾਨ ਹਦੀਸ ਦੇ ਮੁਤਾਬਕ ਜ਼ਿਆਦਾ ਚੱਲਦੇ ਆ, ਕੁਰਾਨ ਸ਼ਰੀਫ ਦੇ ਮੁਤਾਬਕ ਘੱਟ ਚੱਲਦੇ। ਇਸੇ ਕਰਕੇ ਸ਼ਰਈ ਮੁਸਲਮਾਨ ਔਰ ਸੂਫੀ ਮੁਸਲਮਾਨ ਦੋ ਕਲਾਸਾਂ ਹੋ ਗਈਆਂ। ਸੂਫੀ ਮੁਸਲਮਾਨ ਗੁਰੂਆਂ ਦੇ ਦੋਸਤ ਸੀ, ਸੂਫੀ ਕੇਸ ਰੱਖਦੇ ਸੀ, ਸਾਰੀਆਂ ਦਾੜੀਆਂ ਰੱਖਦੇ ਸੀ ਔਰ ਨਮਾਜ਼ ਨਹੀਂ ਸੀ ਕਰਦੇ, ਮਸੀਤੇ ਨਹੀਂ ਸੀ ਜਾਂਦੇ। ਉਹ ਸਾਰੇ ਲੋਕ ਅਲੱਗਾ ਹੋ ਗਏ ਇਹਨਾਂ ਤੋਂ। ਲੇਕਿਨ ਦੂਸਰੇ ਜ਼ਿਆਦਾ ਤੋਂ ਜ਼ਿਆਦਾ ਮੈਕਸੀਮਮ ਕੌਮ ਜਿੱਦਾਂ ਸਾਡੀ ਫਸੀ ਆ, ਇਸ ਤਰ੍ਹਾਂ ਮੁਸਲਮਾਨਾਂ ਦੀ ਸ਼ਰ੍ਹਾ ਬੜੀ ਸਖਤ ਹੈ। ਉਹ ਹਦੀਸ ਤੋਂ ਚੱਲਦੀ ਆ। ਔਰ ਇਹ ਸ਼ਬਦ ਸ਼ੁਰੂ ਹੋਣ ਤੋਂ ਪਹਿਲਾਂ ਹਦੀਸ ਦਾ ਨਾਂ ਲਿਖਿਆ। ਹਦੀਸ ਦੇ ਵਿੱਚ ਜੋ ਚੀਜ਼ ਲਿਖੀ ਹੈ ਉਹ ਕਹਿੰਦੇ ਹੈ ਭਈ ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ। ਇੱਕ ਲਾਈਨ ਹੋਰ ਆਉਂਦੀ ਹੈ, ਸੋਧ ਲਿਓ ਜਾ ਕੇ ਸ਼ਬਦ ਲੱਭ ਲਿਓ, ਖੋਜ ਕਰੋ ਆਪ। ਅੱਗੇ ਆਉਂਦਾ ਹਦੀਸ, ਫਿਰ ਆਉਂਦਾ ਸਾਬਤ ਸੂਰਤ ਦਸਤਾਰ ਸਰਾ। ਸਾਬਤ ਸੂਰਤ ਦਸਤਾਰ ਸਰਾ ਨਾਲ ਨਹੀਂ ਹੈ ਸਾਬਤ ਸੂਰਤ ਦੇ। ਸਾਡੇ ਲਈ ਜ਼ਰੂਰਤ ਹੈ ਸਾਬਤ ਸੂਰਤ। ਦਸਤਾਰ ਸਰਾ ਅਸੀਂ ਸਦਾ ਲਈ ਸਮਝਾ ਦਈਏ, ਜਿਹੜਾ ਸਿੱਖੀ ਆਸੇ ਤਾਂ ਨਹੀਂ ਸਮਝ ਸਕੀ ਵੀ ਇਹ ਦਸਤਾਰ ਸਰਾ ਰੈਂਕ ਸੀ। ਮੁਸਲਮਾਨ ਹਕੂਮਤ ਦੇ ਵਿੱਚ ਜਿਸ ਵੇਲੇ ਉੱਥੇ ਜਿਹੜੀਆਂ ਪਹਿਲੀਆਂ ਚੇਅਰਾਂ ਜਾਂ ਉਤਲੇ ਰੈਂਕ ਹੁੰਦੇ ਸੀ, ਕੁਰਸੀਆਂ ਮਿਲਦੀਆਂ ਸੀ, ਉਹਨਾਂ ਚੰਦ ਇੱਕ ਕੁਰਸੀਆਂ ਐਸੀਆਂ ਸੀ ਜਿਨ੍ਹਾਂ ਨੂੰ ਦਸਤਾਰ ਸਰਾ ਕਿਹਾ ਜਾਂਦਾ ਸੀ ਵੀ ਬਹੁਤ ਉੱਚੀ ਕੁਰਸੀਆਂ ਹੈ। ਦਸਤਾਰ ਸਰਾ ਰੈਂਕ ਉਹਨਾਂ ਨੂੰ ਦਿੰਦਾ ਸੀ। ਔਰ ਇਸ ਦਸਤਾਰ ਸਰਾ ਜਿਹਦੇ ਪਿੱਛੇ ਲੱਗੇ ਉਹਨੂੰ ਵਜ਼ੀਫਾ ਅਲੱਗਾ ਮਿਲਦਾ ਸੀ, ਉਹਨੂੰ ਅਲੱਗਾ ਤਨਖਾਹ ਮਿਲਦੀ ਸੀ, ਉਹਨੂੰ ਬੋਨਸ ਮਿਲਦਾ ਸੀ। ਲੇਕਿਨ ਬੜੀ ਇੱਜ਼ਤ ਦੀ ਸੀ, ਉਹਨੂੰ ਦਸਤਾਰ ਸਰਾ ਕਹਿੰਦੇ। ਤੋ ਮਹਾਰਾਜ ਨੇ ਸ਼ਬਦ 'ਚ ਕਿਹਾ ਵੀ ਉਹ ਦਸਤਾਰ ਸਰਾ ਕਾਹਦਾ? ਜਿਹੜੇ ਅੰਦਰੋਂ ਕੇਸ ਬੰਨੇ ਹੋਏ ਕੁੱਲਾ ਉੱਤੇ ਰੱਖਦੇ ਸੀ, ਉਹ ਦਸਤਾਰ ਰੱਖਦੇ ਸੀ। ਜੇ ਤੇ ਕੇਸ ਹੈ ਨਹੀਂ ਥੱਲੇ, ਕੇਸ ਹੈ ਨਹੀਂ। ਔਰ ਸਾਡੇ ਵੀ ਇੱਥੇ ਆਉਂਦੇ ਮੁਲਕਾਂ 'ਚ ਰਿਵਾਜ ਆ, ਥੋੜ੍ਹੇ ਜਿਹੇ ਪਿੱਛੋਂ ਕੇਸ ਰੱਖ ਲੈਣਗੇ। ਔਰ ਤੂੰ ਜੂੜਾ ਜਾੜਾ ਨਹੀਂ ਹੁੰਦਾ, ਉਤੋਂ ਗੁਰਦੁਆਰੇ ਆਉਣ ਲੱਗੇ ਪਗੜੀ ਬੰਨ੍ਹ ਲੈਣਗੇ, ਵਿੱਚ ਕੇਸ ਨਹੀਂ ਹੁੰਦੇ, ਪਿੱਛੇ ਸਾਰੀ ਚੀਜ਼ਾਂ ਹੁੰਦੀਆਂ। ਲੇਕਿਨ ਇਹ ਦਸਤਾਰ ਸਰਾ ਜੀ, ਸਿੱਖ ਨੂੰ ਦਸਤਾਰ ਸਰਾ ਹੋਣਾ ਚਾਹੀਦਾ। ਅਸੀਂ ਕਹਿੰਦੇ ਦਸਤਾਰ ਸਰਾ ਦੀ ਬਜਾਏ ਸਾਬਤ ਸੂਰਤ ਹੋਣਾ ਚਾਹੀਦਾ। ਦਸਤਾਰ ਬਾਅਦ 'ਚ ਆਉਂਦੀ ਹੈ, ਇਹ ਦਸਤਾਰ ਸਰਾ ਜਿਹੜਾ ਲਿਖਿਆ ਹੈ ਰੈਂਕ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਮੁਸਲਮਾਨਾਂ ਨੂੰ ਵੀ ਤੁਸੀਂ ਆ ਬੜੇ ਬੜੇ ਮੁਸਲਮਾਨਾਂ ਨੂੰ ਇਹ ਦਸਤਾਰ ਸਰਾ ਦਾ ਰੈਂਕ ਦਿੰਦੇ ਹੈ, ਅਤੇ ਇਹ ਤੇ ਅੰਦਰੋਂ ਇਹਨਾਂ ਦੇ ਪਟੇ ਹੈ ਔਰ ਇਹਨਾਂ ਦੀਆਂ ਦਾੜੀਆਂ ਵੀ ਕੁਤਰੀਆਂ। ਇਹ ਸਾਬਤ ਸੂਰਤ ਨਹੀਂ ਹੈ। ਇਸ ਕਰਕੇ ਅਸਲ ਲਫ਼ਜ਼ ਕੀ ਹੈ ਵਿੱਚ? ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਬੰਦੇ ਸਾਬਤ ਸੂਰਤ। ਇਸੇ ਕਰਕੇ ਮੁਸਲਮਾਨ ਜਿਹੜੇ ਸੂਫੀ ਸੀ ਉਹ ਸਾਬਤ ਸੂਰਤ ਰਹਿੰਦੇ ਸੀ। ਦਸਤਾਰ ਉਹ ਬੰਨਣ ਨਾ ਬੰਨਣ, ਪਰ ਦਸਤਾਰ ਸਰਾ ਜਿਹੜਾ ਲਫ਼ਜ਼ ਹੈ ਉਹ ਹੈ ਰੈਂਕ। ਸਾਡੇ ਲਈ ਹੈ ਰਹਿਤ ਸਾਬਤ ਸੂਰਤ ਰਹੇ। ਜਿੱਦਾਂ ਸਾਬਤ ਸੂਰਤ ਦੇ ਕਿਉਂ ਮਹਾਰਾਜ ਨੇ ਲਿਖਿਆ ਸਾਬਤ ਸੂਰਤ? ਸਾਬਤ ਸੂਰਤ ਹੈ ਵੀ ਮੁਸਲਮਾਨਾਂ 'ਚ ਜਿਸ ਵੇਲੇ ਬੱਚਾ ਪੈਦਾ ਹੁੰਦਾ ਸੀ, ਥੋੜ੍ਹੀ ਉਮਰ ਤੋਂ ਬਾਅਦ ਉਹਦੇ ਖਤਨੇ ਕਰ ਦਿੱਤੇ ਜਾਂਦੇ ਸੀ, ਜਿਹਨੂੰ ਅੰਗਰੇਜ਼ੀ ਦੇ ਵਿੱਚ ਸਰਕਮਸੀਜ਼ਨ ਕਹਿੰਦੇ। ਉਹਨਾਂ ਦੀ ਇੰਦਰੀ ਕੱਟ ਸਿੱਟੀ ਜਾਂਦੀ ਸੀ ਬੱਚੇ ਦੀ, ਔਰ ਬੜੀਆਂ ਰਸਮਾਂ ਮਨਾਉਂਦੇ ਸੀ। ਉਹ ਲਹੂ ਲਹਾਨ ਬੱਚਾ ਹੋ ਜਾਂਦਾ ਸੀ ਥੱਲੇ ਇੰਦਰੀ, ਔਰ ਉਹਦੇ ਅਗਲਾ ਮਾਸ ਕੱਟ ਕੇ ਉੱਤੇ ਪੱਟੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਔਰ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਸੀ ਵੀ ਇਹ ਸਾਡੇ ਬੱਚੇ ਦੀ ਰਸਮ ਹੈ। ਮਹਾਰਾਜ ਕਹਿੰਦਾ ਵੀ ਜਿਹੜਾ ਸਿੱਖ ਹੈ ਉਹ ਸਾਬਤ ਸੂਰਤ ਰਹੇ, ਆਪਣੀ ਇੰਦਰੀ ਨਾ ਕਟਾਏ। ਉਧਰ ਮੁਸਲਮਾਨਾਂ 'ਚ ਚਾਈਲਡ ਅਬਿਊਜ਼ ਹੈ। ਅਸੀਂ ਕਈ ਵਾਰੀ ਐਲਾਨ ਕੀਤਾ ਵੀ ਜਿਹੜੀਆਂ ਰਿਲੀਜਨ ਦੀਆਂ ਚਾਈਲਡ ਅਬਿਊਜ਼ ਰਸਮਾਂ ਉਹ ਕਦੀ ਨਾ ਕਦੀ ਯੂਐਨਓ ਨਾਲ ਫੜ ਲੈਣੀਆਂ। ਦੁਨੀਆ ਨਹੀਂ ਬਰਦਾਸ਼ਤ ਕਰ ਸਕਦੀ ਵੀ ਕੋਈ ਰਿਲੀਜਨ ਬੱਚਾ ਵੱਡਾ ਹੋ ਕੇ ਜੋ ਮਰਜ਼ੀ ਕਰੇ, ਲੇਕਿਨ ਚਾਈਲਡ ਅਬਿਊਜ਼ ਹੈ। ਔਰ ਦੂਸਰੇ ਬੰਨੇ ਹਿੰਦੂਆਂ 'ਚ ਚਾਈਲਡ ਅਬਿਊਜ਼ ਹੋ ਰਿਹਾ ਸੀ ਵੀ ਛੋਟੇ ਜਿਹੇ ਬੱਚੇ ਦੇ ਇੱਕ ਰਸਮ ਐਡੀ ਵੱਡੀ ਮਨਾਉਂਦੇ ਆ ਹਿੰਦੂਆਂ 'ਚ ਜਿਹਨੂੰ ਮੁੰਨਣ ਕਰਨਾ ਕਹਿੰਦੇ।
ਬੱਚੇ ਨੂੰ ਜ਼ਬਰਦਸਤੀ ਫੜ ਕੇ ਉਹਦੇ ਉਸ ਤਰ੍ਹਾਂ ਫੇਰ ਕੇ ਉਹਦੇ ਸਾਰੇ ਵਾਲ ਤੋਂ ਲਾਹ ਦਿੱਤੇ ਜਾਂਦੇ ਔਰ ਬੱਚਾ ਰੋਂਦਾ ਚੀਖਾਂ ਮਾਰਦਾ ਕੁੱਲ, ਲੇਕਿਨ ਉਹ ਮੰਨੀ ਜਾਂਦੇ ਔਰ ਰਸਮਾਂ ਮਨਾਈ ਜਾਂਦੇ ਖੁਸ਼ੀ। ਇਹਨੂੰ ਕਹਿੰਦੇ ਮੁੰਡਣ ਹੈ। ਤਾਂ ਤੇ ਗੁਰੂ ਨਾਨਕ ਔਰ ਇਹਨਾਂ ਨਾਲ ਬਾਣੀ ਵਾਲਿਆਂ ਨੇ ਕਿਹਾ ਵੀ ਸਾਬਤ ਸੂਰਤ ਸਾਡਾ ਬੱਚਾ ਰਹੇ ਅਖੀਰ ਤੱਕ ਜਿਸ ਤਰ੍ਹਾਂ ਹੈ। ਔਰ ਉਹ ਸਾਬਤ ਸੂਰਤ ਲਫ਼ਜ਼ ਤਾਂ ਲਿਖਿਆ ਵੀ ਸਿੱਖ ਨੂੰ ਹੁਕਮ ਨਹੀਂ ਹੈ ਭਈ ਆਪਣਾ ਖਤਨੇ ਕਰਾਏ ਔਰ ਮੁੰਡਣ ਕਰਾਏ ਸਿਰ ਦੇ, ਇਸ ਕਰਕੇ ਸਾਬਤ ਸੂਰਤ ਰਹੇ। ਇਹ ਅਸੀਂ ਦੂਸਰੀ ਮਿਸਾਲ ਦੂਸਰਾ ਦਿਨਾਂ ਸ਼ਬਦ ਕਿ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਦਸਤਾਰ ਸਾਰਾ, ਇਹ ਅੱਲਾਹ ਅਗਮ ਖੁਦਾਈ ਬੰਦੇ ਛੋੜ ਤੇਰਾ ਲ ਦੁਨੀਆ ਦੇ ਧੰਦੇ, ਸਾਬਤ ਸੂਰਤ ਦਸਤਾਰ ਸਾਰਾ, ਸਾਬਤ ਸੂਰਤ ਦਸਤਾਰ ਸਾਰਾ। ਆਪ ਸਾਬਤ ਸੂਰਤ ਤੇਰੀ ਬੰਕੇ ਲੋਇਣ ਦੰਤ ਰਸਾਨਾ, ਤੇ ਸੋਹਣੇ ਨੱਕ ਦਿਨ ਲੰਬੜੇ ਵਾਲਾ, ਸੋਹਣੇ ਨੱਕ ਦਿਨ ਲੰਬੜੇ ਵਾਲਾ, ਲੰਬੜੇ ਵਾਲਾ, ਲੰਬੜੇ ਵਾਲਾ। ਤਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੰਗਾ ਔਰ ਵਾਲ ਮੁਸਲਮਾਨਾਂ ਨੇ ਹਾਲੇ ਤੱਕ ਸਾਂਭ ਕੇ ਰੱਖੇ। ਔਰ ਹੁਣ ਪਾਕਿਸਤਾਨ ਬਣਨ ਤੋਂ ਬਾਅਦ ਉਹ ਗਏ ਮੁਸਲਮਾਨ, ਪਰ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਆਪਣੇ ਚਾਰੇ ਸਾਹਿਬਜ਼ਾਦੇ ਮੁਸਲਮਾਨ ਨੇ ਔਰ ਆਪਣੀਆਂ ਫੌਜਾਂ ਪਠਾਨ ਇੰਨੇ ਸ਼ਹੀਦ ਕਰਵਾ ਲਏ। ਔਰ ਜਿਸ ਵੇਲੇ ਭੰਗਾਣੀ ਦੇ ਯੁੱਧ ਤੋਂ ਬਾਅਦ ਉਹ ਪਠਾਨ ਆਇਆ ਔਰ ਉਹ ਫਕੀਰ ਸੀ ਮੁਸਲਮਾਨ, ਔਰ ਉਹਨਾਂ ਨਾਲ ਫਿਰ ਮਹਾਰਾਜ ਕੇਸ ਉਸ ਵੇਲੇ ਕਰ ਰਹੇ ਸੀ ਔਰ ਉਹਨਾਂ ਨੇ ਕਿਹਾ ਮੰਗ ਜੋ ਕੁਛ ਮੰਗਦਾ। ਕਹਿੰਦਾ ਜਿਹੜੇ ਤੇਰੇ ਆ ਵਾਲ ਹੈ ਇਹ ਮੈਨੂੰ ਕੰਗੇ ਸਮੇਤ ਦੇ ਦੇ। ਉਹ ਹਿਸਟਰੀ ਹੈ ਤਾਜ਼ੀ ਤਾਜ਼ੀ। ਐਡਾ ਪਿਆਰ ਸੀ ਉਹਨਾਂ ਨੂੰ ਵੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵਾਲਾਂ ਦੇ ਨਾਲ। ਔਰ ਜਿਸ ਵੇਲੇ ਉਹਨਾਂ ਨੂੰ ਵਾਲ ਤੇ ਉਹ ਕੰਗਾ ਹਾਲੀ ਤੱਕ ਯਾਦਗਾਰ ਦਾ ਰੱਖਿਆ ਜਾ ਰਿਹਾ। ਔਰ ਮੈਂ ਕੰਗੇ ਦੇ ਦਰਸ਼ਨ ਕੀਤੇ। ਉਹ ਫਲੈਟ ਕੰਗਾ ਨਹੀਂ ਹੈ, ਉਹਦੇ 'ਚ ਕਰਵ ਪਈ ਹੈ, ਵੱਡਾ ਕੰਗਾ ਤਰੀਕੇ ਜਿੱਡਾ, ਔਰ ਉਹ ਕਰਵ ਹੈ ਵਿੱਚ ਨੁਗਾ। ਮਹਾਰਾਜ ਐਸਾ ਕੰਗਾ ਬਾਉਂਦੇ ਸੀ ਵੀ ਖੁਰਚ ਕੇ ਸਾਰੀ ਤੋਂ ਜਿਹੜੀ ਚਮੜੀ ਦੇ ਸਾਰਾ ਵਾਲ ਐਡਾ ਕੰਗਾ ਔਰ ਉਹਦੇ ਵਿੱਚ ਕਰਵ ਹੈ। ਇਹ ਮਹਾਰਾਜ ਦਾ ਪਿਆਰ ਦਿਸਦਾ ਵੀ ਵਾਲ ਕਿੱਦਾਂ ਸਾਂਭ ਕੇ ਰੱਖਦੇ ਸੀ ਗੁਰੂ ਮਹਾਰਾਜ ਦਾ ਸੰਪੋਸ਼। ਇਸ ਕਰਕੇ ਜਿਹੜੀ ਆ ਦੂਸਰੀ ਅਸੀਂ ਹੁਣ ਤੀਸਰੀ ਮਿਸਾਲ ਦੇਣ ਲੱਗੇ ਹਾਂ ਭਾਈ ਭਗਤ ਨਾਮਦੇਵ ਜੀ। ਉਹ ਮਹਾਰਾਜ ਨੂੰ ਉਹ ਰੱਬ ਨੂੰ ਕੇਸਾਂ ਵਾਲਾ ਕਹਿ ਰਿਹਾ ਹੈ, ਕੇਸਵਾ ਵੀ ਕੇਸਾਂ ਵਾਲਾ, ਵੀ ਮੇਰਾ ਬੇੜਾ ਬੜਾ ਤੂਫਾਨ 'ਚ ਘਿਰਿਆ ਹੈ ਜ਼ਿੰਦਗੀ ਦਾ, ਅਨਲ ਬੇੜਾ, ਮੈਂ ਇਹਨੂੰ ਆਪਣਾ ਪਾਰ ਨਹੀਂ ਲੰਘਾ ਸਕਦਾ, ਡੁੱਬਣ ਲੱਗਾ। ਅਨਲ ਕਹਿੰਦੇ ਆਂਧੀ ਨੂੰ, ਤੂਫਾਨ 'ਚ ਮੇਰਾ ਬੇੜਾ ਫਸ ਗਿਆ ਹੈ। ਅਨਲ ਬੇੜਾ ਹਉ ਖੇਵ ਨਾ ਸਕੂੰ, ਮੋਕੋ ਪਾਰ ਉਤਾਰੇ ਕੇਸਵਾ। ਤੋ ਉਹ ਅਸੀਂ ਉਹਨਾਂ ਦਾ ਸ਼ਬਦ ਦੋ ਲਾਈਨਾਂ ਇਸ ਤਰ੍ਹਾਂ ਲਾਂਗੇ ਅਸੀਂ। ਤੋਂ ਆ ਹੈ ਅਨਲ ਬੇੜਾ ਹਉ ਖੇਵ ਨਾ ਸਕੂੰ, ਅਨਲ ਬੇੜਾ ਹਉ ਖੇਵ ਨਾ ਸਕੂੰ, ਮੋਕੋ ਪਾਰ ਉਤਾਰੇ ਕੇਸਵਾ, ਪਾਰ ਉਤਾਰੇ ਕੇਸਵਾ, ਕੇਸਵਾ 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 ਅਨਲ ਬੇੜਾ। ਹੁਣ ਇਹਨੂੰ ਵੀ ਜੋੜ, ਉਹੋ ਹੀ ਸਾਈਂ ਦਾ ਫਕੀਰ, ਉਹੋ ਹੀ ਨਾਮਦੇਵ ਜੀ ਵੀ ਗੁਰੂ ਨਾਨਕ ਤੋਂ ਪਹਿਲਾਂ ਰੱਬ ਨੂੰ ਕੇਸਾਂ ਵਾਲਾ ਮੰਨ ਰਿਹਾ ਹੈ। ਅਨਲ ਬੇੜਾ ਹਉ ਖੇਵ ਨਾ ਸਕੂੰ, ਪਾਰ ਉਤਾਰੇ ਕੇਸਵਾ। ਅਗਲੀ ਲਾਈਨ ਦਿੰਦੇ ਹੈ ਏ ਲੋਭ ਲਹਿਰ ਅਤਨੀ ਧਰ ਬਾਜੈ। ਮੇਰੀ ਜਿੰਨਾ ਲਾਲਚ ਹੈ, ਮੇਰੀ ਕਾਹੇ ਡੁੱਬਦੀ ਜਾ ਰਹੀ ਲਾਲਚ, ਮੈਂ ਕਿੱਦਾਂ ਬਚਾਂਗਾ?
ਲੋਭ ਲੈ। ਨੀਚਰ ਕਹਿੰਦੇ ਬੜੀ ਗਹਿਰੀ ਹੋ ਕੇ ਮੇਰੇ ਅੰਦਰ ਲੋਭ ਹੈ, ਲਾਲਚ ਹੈ। ਲੋਭ ਲਹਿਰ ਆਤ ਨੀਚਰ ਪਾ, ਕਾਇਆ ਡੂਬੇ ਕੇਸਵਾ, ਕਾਇਆ ਡੂਬੇ ਕੇਸਵਾ, ਕੇਸਵਾ ਕੇਸਵਾ ਕੇਸਵਾ, ਅੰਨ੍ਹ ਮੇਰਾ ਮੋਕੇ ਦਸਾ ਮੋਕੋ ਪਾਰ ਤਾਰੇ ਕੇਸਵਾ। ਔਰ ਕਬੀਰ ਜੀ ਨਾ ਤੇ ਉੱਚੀ ਉੱਚੀ ਆਵਾਜ਼ਾਂ ਹੀ ਮਾਰਨ ਲੱਗ ਪਏ ਇਸ ਕੇਸਵਾ ਨੂੰ। ਕਹਿੰਦੇ ਕੇਸੋ ਕੇਸੋ ਤੂੰ ਨਾ ਸੋਈਏ ਆਸਾਰੇ, ਰਾਤ ਦਿਵਸ ਕੇ ਕੂਣੇ, ਕਬ ਹੂੰ ਨਾ ਸੁਨੇ ਪੁਕਾਰ, ਕੇਸੋ ਕੇਸੋ ਕਿਸੇ ਨੂੰ ਪਤਾ ਵੀ ਹਰਿਦੁਆਰ ਤੋਂ ਤਾਂ ਤਲੀਏ ਤੋਂ ਉਹਦਾ ਨਾਂ ਰਿਸ਼ੀਕੇਸ਼ ਕਿਉਂ ਹੈ? ਉਹਦਾ ਨਾਂ ਰਿਸ਼ੀਕੇਸ਼ ਹੈ। ਔਰ ਗੁਰੂ ਰਾਮਦਾਸ ਸਾਹਿਬ ਨੇ ਵੀ ਆਪਣੀ ਕਾਂਢੇ ਦੀ ਵਾਰ 'ਚ ਲਿਖਿਆ ਰਿਸ਼ੀਕੇਸ਼ ਰਿਸ਼ੀਕੇਸ਼ ਰੱਬ ਦਾ ਨਾਂ, ਔਰ ਕਈ ਵਾਰੀ ਉਹ ਵੀ ਰਿਪੀਟ ਕਰਦੇ ਗਏ ਰਾਮ ਰਾਮ ਹਰ ਹਰ, ਰਿਸ਼ੀਕੇਸ਼ ਰਿਸ਼ੀਕੇਸ਼ ਕਰਦੇ ਆਵੇ। ਅਸੀਂ ਇਹ ਚੀਜ਼ਾਂ ਦਿੰਦੇ ਹਾਂ ਵੀ ਕੇਸਾਂ ਦੇ ਮੁਤਲਕ ਕਿੰਨਾ ਬਾਣੀ ਦੇ ਵਿੱਚ ਰੱਬ ਵੀ ਬੰਨ੍ਹ ਕੇ ਰੱਖ ਦਿੱਤਾ ਕੇਸਾਂ 'ਚ। ਤੋ ਅਗਲਾ ਅਸੀਂ ਸ਼ਬਦ ਦਿੰਦੇ ਹਾਂ ਭਈ ਇੱਕ ਮੁਸਲਮਾਨ ਫਕੀਰ ਸਾਡੇ ਹੋਇਆ ਹੈ। ਗੁਰੂ ਨਾਨਕ ਦੇ ਪੈਰਾਕਾਰ ਜ਼ਿਆਦਾ ਮੁਸਲਮਾਨ ਸੀ, ਹਿੰਦੂਆਂ 'ਚ ਗੱਲ ਲਈ ਆਈ ਨਹੀਂ ਸੀ। ਉਹਨਾਂ 'ਚ ਰਿਵਾਜ ਸੀ ਮੁੰਨਣ ਦਾ, ਹੋਰ ਚੀਜ਼ਾਂ ਦਾ, ਮੂਰਤੀ ਪੂਜਾ ਦਾ, ਸਾਰਾ ਮੁਸਲਮਾਨਾਂ ਨੇ ਗੁਰੂ ਨਾਨਕ ਨੂੰ ਸਮਝਿਆ। ਔਰ ਭੀਖਣ ਫਕੀਰ ਦੀ ਬਾਣੀ ਆਉਂਦੀ ਸਾਰੀ। ਭੀਖਣ ਫਕੀਰ ਮੁਸਲਮਾਨ ਹੈ, ਲੰਮੇ ਕੇਸ ਹੈ, ਔਰ ਉਹਦੇ ਕੇਸ ਚਿੱਟੇ ਦੁੱਧ ਵਰਗੇ ਹੋ ਗਏ ਆ, ਤੇ ਉਹ ਰੋ ਰਿਹਾ ਹੈ ਵੀ ਮੇਰਾ ਕੰਠ ਸ਼ਬਦ ਨਹੀਂ ਉਚਰਦਾ। ਸ਼ਬਦ ਦੀ ਗੱਲ ਕਰੇਗਾ ਮੁਸਲਮਾਨ ਫਕੀਰ ਨੇ, ਔਰ ਉਹ ਸ਼ਬਦ ਹੈ ਭੀਖਣ ਫਕੀਰ ਜੀ ਦਾ। ਨੈਨੋ ਨੈਨੋ ਨੀਰ ਬਹਿ ਤਨ ਕੀਨਾ, ਨੈਨੋ ਨੀ। ਮੈਂ ਬੁੱਢਾ ਹੋ ਗਿਆ, ਬੁੱਢੇ ਬੁਢਾਪੇ ਵਾਲੇ ਅੱਖਾਂ 'ਚ ਪਾਣੀ ਚੋਣ ਲੱਗ ਪੈਂਦਾ ਹੈ, ਔਰ ਮੇਰਾ ਤਨ ਦਿਨ ਬ ਦਿਨ ਗਿਰਦਾ ਜਾ ਰਿਹਾ ਹੈ, ਤੇ ਤਾਕਤ ਖਤਮ ਹੋ ਰਹੀ ਹੈ। ਤਨ ਖੀਨਾ ਮੀਨ, ਮੇਰਾ ਤਨ ਕਮਜ਼ੋਰ ਹੋ ਰਿਹਾ ਹੈ ਦਿਨੋਂ, ਔਰ ਕੇਸ ਚਿੱਟੇ ਹੋ ਗਏ ਆ, ਪਰ ਮੇਰੇ ਕੰਠ 'ਚੋਂ ਸ਼ਬਦ ਨਹੀਂ ਨਿਕਲਦਾ। ਇਹ ਮਹਾਰਾਜ ਮੇਰਾ ਕਿੱਦਾਂ ਗੁਜ਼ਾਰਾ ਹੋਵੇ? ਕੋਈ ਸਿੱਖ ਇਸ ਤਰ੍ਹਾਂ ਤਰਲਾ ਭਰਦਾ ਜਿੱਦਾਂ ਭੀਖਣ ਸ਼ਬਦ ਲਿਖਣ ਲੱਗੇ ਹੈ। ਨੈਨੋ ਨੀਰ ਬਹਿ ਤਨ ਕੀਨਾ, ਪੈ ਕੇਸ ਦੁੱਧ ਵਾਲੀ, ਨੈਨੋ ਨੀਰ ਬਹਿ ਤਨ ਕੀਨਾ, ਪੈ ਕੇਸ ਦੁੱਧ ਵਾਲੀ, ਇਹ ਰੁੰਦਾ ਕੰਠ ਸ਼ਬਦ ਨਹੀਂ ਉਚਰੇ, ਆਪ ਕਿਆ ਕਰੇ ਪਰਾਨੀ, ਰੁੰਦਾ ਕੰਠ ਸ਼ਬਦ ਨਹੀਂ ਉਚਰੇ, ਆਪ ਕਿਆ ਕਰੇ ਪਰਾਨੀ, ਇਹ ਪੈ ਕੇਸ ਦੁੱਧ ਵਾਲੀ, ਇਹ ਪੈ ਕੇਸ ਦੁੱਧ ਵਾਲੀ। ਆ ਲਓ ਹੁਣ ਦਾੜੀ ਦਾ ਜ਼ਿਕਰ ਆਇਆ ਹੈ। ਕਦੀ ਆਸਾ ਦੀ ਵਾਰ ਧਿਆਨ ਨਾਲ ਸੁਣੋ ਤੇ ਉਹਦੇ 'ਚ ਮਹਾਰਾਜ ਗੁਰੂ ਬਾਬਾ ਨਾਨਕ ਆਪਣੇ ਬਾਹਮਣ ਨੂੰ ਇੱਕ ਐਸੀ ਚੋਟ ਮਾਰਦੇ ਆ, ਕਹਿੰਦੇ ਉਹ ਬਾਹਮਣਾ ਤੂੰ ਜਨੇਊ ਪਵਾਈ ਜਾਂਦਾ ਸਾਰਿਆਂ ਨੂੰ, ਔਰ ਇਹ ਰਸਮ ਪੂਰੀ ਕਰੀ ਜਾਂਦਾ ਜਨੇਊ ਦੀ, ਔਰ ਤੂੰ ਕਦੀ ਉਪਦੇਸ਼ ਨਹੀਂ ਦਿੰਦਾ ਵੀ ਜਿਹੜੀਆਂ ਤੇਰੀਆਂ ਸੈਂਸਿਸ ਹੈ ਉਹਨਾਂ ਨੂੰ ਜਨੇਊ ਪਾ। ਆ ਜਿਹੜੇ ਅੰਦਰ ਤੇਰੀਆਂ ਭੈੜੇ ਖਿਆਲਾਂ ਦੀਆਂ ਲਹਿਰਾਂ ਉੱਠਦੀਆਂ ਹੈ, ਔਰ ਉਹਨਾਂ ਨੂੰ ਤੂੰ ਕਦੀ ਬੰਦ ਕਰਨਾ ਨਹੀਂ ਦੱਸਦਾ, ਔਰ ਤੂੰ ਕਦੀ ਇਹ ਨਹੀਂ ਦੱਸਦਾ ਵੀ ਤੂੰ ਘੱਟ ਖਾਓ, ਔਰ ਤੂੰ ਆਪ ਇੰਨਾ ਖਾ ਜਾਣਾ ਹੈ, ਇੰਨਾ ਖਾਣਾ ਹੈ
ਵੀ ਸਵੇਰ ਵੇਲੇ ਉੱਠਦਾ ਜਦੋਂ ਤੂੰ ਤੇ ਤੇਰੇ ਦਾੜੀ ਲਿਬੜੀ ਹੁੰਦੀ ਥੁੱਕ ਨਾਲ ਬਾਦ ਹਜ਼ਮੀ ਨਾਲ, ਔਰ ਫਿਰ ਸਭ ਤੋਂ ਪਹਿਲਾਂ ਤੂੰ ਉੱਠ ਕੇ ਦਾੜੀ ਧੋਣ ਜਾਣਾ ਪਹਿਲਾਂ, ਇਹ ਲਿਬੜੀ ਪਈ ਹੈ ਰਾਤ ਦੀ, ਕਿਉਂਕਿ ਰਾਤ ਤੂੰ ਇੰਨਾ ਖਾ ਲੈਣਾ। ਕਹਿੰਦਾ ਤੂੰ ਜਿਹੜਾ ਤੱਗ ਹੈ ਜਨੇਊ ਹੈ ਉਹ ਤੂੰ ਆਪਣੀਆਂ ਇੰਦਰੀਆਂ ਨੂੰ ਤੇ ਪਵਾਇਆ ਨਹੀਂ, ਸੈਂਸਿਸ ਨੂੰ ਰੋਕਦਾ ਨਹੀਂ। ਤੱਗ ਨਾ ਇੰਦਰੀ, ਤੱਗ ਨਾ ਨਾਰੀ, ਨਾਰੀ ਹੈ ਨਾੜਾਂ ਤੇ। ਇੰਨਾ ਖਾ ਜਾਂਦਾ ਸੀ ਬਾਹਮਣ, ਇੰਨਾ ਖਾ ਜਾਂਦਾ ਸੀ, ਸਾਡਾ ਕੰਟਰੋਲ ਹੈ ਕਿਸੇ ਦਾ ਖਾਣ ਤੇ। ਜਦ ਕਿ ਬਾਬੇ ਨੇ ਲਿਖਿਆ ਸੇਵ ਕੀਤੀ ਸੰਤੋਖ ਹੀ ਇਨੀ ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੀ ਬੰਧਨਾ ਅੰਨ ਪਾਣੀ ਨਾ ਬਹੁਤਾ ਖਾਇਆ। ਸਿੱਖਾਂ ਕੋ ਪਰਵਾਹ ਕਰਦਾ ਗੁਰੂ ਬਾਬੇ ਨਾਲ, ਜਿੰਨੇ ਓਵਰ ਫੀਡਿੰਗ ਨਾਲ ਮਲਦੇ ਆ ਉਹਨੇ ਘਾਟ ਖਾਣ ਨਾਲ ਨਹੀਂ ਮਰਦੀ ਦੁਨੀਆ, ਓਵਰ ਫੀਡਿੰਗ ਨਾਲ ਜ਼ਿਆਦਾ ਬਿਮਾਰੀਆਂ। ਇਸ ਕਰਕੇ ਬਾਬਾ ਨਾਨਕ ਕਹਿੰਦਾ ਵੀ ਆਪਣੀਆਂ ਨਾੜੀਆਂ 'ਤੇ ਕੰਟਰੋਲ ਰੱਖ। ਆੜੀਆਂ ਲਾਰਜ ਐਂਡ ਸਮਾਲ ਇੰਟਸਟਾਈਨਸ ਹੈ, ਇਹਨਾਂ 'ਤੇ ਕੰਟਰੋਲ ਰੱਖਦਾ ਮਤਲਬ ਥੋੜ੍ਹਾ ਖਾ, ਇਹਨਾਂ ਦੀ ਵੀ ਕਦੀ ਸੁਰਤ ਲੈ ਲਿਆ ਕਰਕੇ ਇਹਨਾਂ ਨੂੰ ਭਰੀ ਜਾਣਾ ਤੂੰ ਰਾਤ ਦਿਨ। ਇਸ ਕਰਕੇ ਅੰਨ ਪਾਣੀ ਥੋੜ੍ਹਾ ਖਾਇਆ। ਦਸਮ ਪਾਤਸ਼ਾਹ ਵੀ ਕਹਿੰਦਾ ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਮਾ ਤੇ ਸਾਰੇ ਅਸੂਲ ਚੱਲ ਰਹੇ ਬਾਣੀ ਦੇ ਵਿੱਚ। ਇਸ ਕਰਕੇ ਜਿਹੜਾ ਥੋੜ੍ਹਾ ਸੀ ਉਹਨਾਂ ਬਾਹਮਣ ਨੂੰ ਉਪਦੇਸ਼ ਕਰ ਰਹੇ ਮਹਾਰਾਜ ਵੀ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲੇ ਤੇ ਧੁੱਕ ਪਵੈ ਨਿਤ ਦਾ। ਕੀ ਚੀਜ਼ ਸਾਬਤ ਹੋਈ? ਬਾਹਮਣ ਵੀ ਦਾੜੀ ਰੱਖਦੇ, ਕੇਸ ਰੱਖਦੇ, ਸਾਰੀ ਦੁਨੀਆ ਕੇਸ ਔਰ ਦਾੜੀ ਰੱਖਦੀ ਸਾਡੇ ਹਿੰਦੁਸਤਾਨ 'ਚ। ਇਹ ਫਿਰ ਕਿੱਥੋਂ ਸਾਰੀ ਚੱਲਣ ਪਈ? ਇਹ ਲਾਰਡ ਕਰਜ਼ਨ ਹਿੰਦੁਸਤਾਨ 'ਚ ਆਇਆ। ਮੈਂ ਹਿਸਟੋਰੀਕਲ ਦੱਸ ਰਿਹਾ ਸਾਰੀਆਂ ਚੀਜ਼ਾਂ। ਲਾਰਡ ਕਰਜ਼ਨ ਹਿੰਦੁਸਤਾਨ 'ਚ ਆਇਆ ਔਰ ਉਹਨੇ ਇਹ ਫਿਰ ਕਲੀਨ ਸ਼ੇਵ ਦੀ ਰਸਮ, ਆਪ ਪਹਿਲਾਂ ਕਲੀਨ ਸ਼ੇਵ ਹੋਇਆ, ਨਹੀਂ ਤੇ ਪਹਿਲਾਂ ਸਾਰੇ ਅੰਗਰੇਜ਼ ਸਾਰਿਆਂ ਦੇ ਦਾੜੀਆਂ ਹੁੰਦੀਆਂ ਸੀ। ਇਸ ਕਰਕੇ ਲਾਰਡ ਕਰਜ਼ਨ ਹਿੰਦੁਸਤਾਨ 'ਚ ਆਇਆ ਜਿਸ ਵੇਲੇ ਇੱਥੇ ਮਤਲਬ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ, ਮਗਰੋਂ ਲਾਰਡ ਕਰਜ਼ਨ ਆਇਆ। ਉਸ ਵੇਲੇ ਦਾੜੀਆਂ ਕਲੀਨ ਸ਼ੇਪ ਕਰਜ਼ਨ ਫੈਸ਼ਨ ਜਿਹਨੂੰ ਕਹਿੰਦੇ ਸੀ ਚੱਲ ਪਏ ਹਿੰਦੁਸਤਾਨ। ਇਸ ਕਰਕੇ ਜਿਹੜਾ ਹੈਗਾ ਪਹਿਲੀਆਂ ਸਾਰੀਆਂ ਬਾਣੀ ਚਾਹੁੰਦਾ ਵੀ ਬਾਹਮਣ ਦੇ ਵੀ ਦਾੜੀ ਹੁੰਦੀ ਸੀ, ਔਰ ਸਵੇਰ ਵੇਲੇ ਉਹ ਇੱਥੋਂ ਲਾਲਾਂ ਚੋ ਕੇ ਲਿਬੜੀ ਹੁੰਦੀ ਸੀ। ਉਹ ਜਦੋਂ ਉੱਠ ਕੇ ਪਹਿਲਾਂ ਦਾੜੀ ਧੋਂਦਾ ਸੀ ਤੇ ਮਹਾਰਾਜ ਨੇ ਉਹਦੇ ਲਈ ਉਪਦੇਸ਼ ਦਿੱਤਾ ਵੀ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲੇ ਤੇ ਧੁੱਕ ਪਵੈ ਨਿਤ ਦਾ। ਵੀ ਕਿਸੇ ਦਿਨ ਤੇ ਤੂੰ ਘੱਟ ਖਾ ਲੈ, ਨੇਤੀ ਦਾੜੀ ਦੇ ਵਿੱਚ ਤੂੰ ਥੁੱਕ ਪਾਉਣਾ। ਇਸ ਕਰਕੇ ਦਾੜੀਆਂ ਬ੍ਰਾਹਮਣ ਦੇ ਵੀ ਹੁੰਦੀਆਂ ਸੀ। ਅਗਲੀ ਅਸੀਂ ਤੁਕ ਲੈਂਦੇ ਹਾਂ ਦਾੜੀ ਉੱਤੇ। ਐਸੀਆਂ ਜੇ ਅਸਲ ਕਮਿਊਨਿਜ਼ਮ ਦੇਖਣੀ ਜਾਏ ਤਾਂ ਸਾਡੀ ਬਾਣੀ ਹੈ, ਜਿੱਥੋਂ ਕਮਿਊਨਿਜ਼ਮ ਚੱਲੀ ਹੈ ਸਾਰੀ ਰਸ਼ੀਆ ਦੀ। ਸਾਡਾ ਬਾਬਾ ਨਾਨਕ ਕਹਿੰਦਾ ਘਾਲ ਖਾਏ ਪਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ, ਹੱਕ ਦੀ ਕਮਾਈ ਕਰ, ਦਸਾਂ ਨੌ ਦੀ ਕਿਰਤ ਔਰ ਹਾਰਡ ਲੇਬਰ ਕਰ। ਇਸ ਕਰਕੇ ਤੂੰ ਜਿਹੜਾ ਕੋਈ ਨੌਕਰ ਰੱਖ ਲੈਣਾ ਹੈ, ਹੁਣ ਮੁਸਲ ਉਹ ਆਏ ਲੋਕ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਹੁੰਦੀਆਂ ਸੀ ਔਰ ਆਪਣੇ ਨੌਕਰਾਂ ਦੇ ਉੱਤੇ ਹਿਲਾ ਕੇ ਦਾੜੀ ਤੇ ਖਿੱਚਦੇ ਸੀ, ਉਹਨਾਂ ਨੂੰ ਗੁੱਸੇ ਹੁੰਦੇ ਸੀ। ਮਹਾਰਾਜ ਨੇ ਤੁਕ ਦਿੱਤੀ ਗਰੀਬਾਂ ਉੱਪਰ ਜੋ ਖਿੰਚੇ ਦਾੜੀ। ਹਿਲ ਕੇ ਮਜ਼ਦੂਰ ਨੂੰ ਗੁੱਸੇ ਵਰਿਆ। ਤੇਰਾ ਹੱਕ ਹੈ ਵੀ ਉਹਦੇ ਪਸੀਨੇ ਸੁੱਕੇ ਹੋਣ, ਤੂੰ ਪਹਿਲਾਂ ਉਹਦੀ ਦਿਹਾੜੀ ਉਹਦੀ ਜੇਬ 'ਚ ਪਾ ਦੇ। ਇਹ ਸਾਡੀ ਪੁਰਾਤਨ ਅਸੂਲ ਸੀ ਔਰ ਦੁਨੀਆ ਦੇ ਵੀ ਅਸੂਲ ਹੈ ਵੀ ਜਿਹੜਾ ਕਿਰਤੀ ਬੰਦਾ ਕੰਮ ਕਰਦਾ ਉਹਨੂੰ ਚੈੱਕ, ਜਿਸ ਤਰ੍ਹਾਂ ਉਹਨਾਂ ਮੁਲਕ ਹਰ ਹਫ਼ਤੇ ਤੁਹਾਨੂੰ ਚੈੱਕ ਮਿਲ ਜਾਂਦਾ। ਉਹ ਗਰੀਬ ਦੀ ਨਾਲੇ ਤੂੰ ਖਾ, ਨਾਲੇ ਉਹਨੂੰ ਤੂੰ ਗੁੱਸੇ ਹੋਣਾ। ਗਰੀਬਾਂ ਉੱਪਰ ਜੋ ਖਿੰਚੇ ਦਾੜੀਆਂ ਸਦਾ ਦੇਖੀ, ਸਾ ਦਾੜੀ ਪ੍ਰਭ ਅਗਨ ਮੇ ਸਾੜੀ। ਉਹਦੀ ਦਰਗਾਹ 'ਚ ਜਾ ਕੇ ਉਹ ਸਾੜੀ ਦਾੜੀ ਸਾੜੀ। ਜੇ ਅਸੀਂ ਦਾੜੀਆਂ ਵੀ ਰੱਖ ਲਈਆਂ ਪਰ ਇਨਸਾਨ ਨਹੀਂ ਬਣਦੇ, ਇੱਦਾਂ ਖਿੱਚਦੇ ਹੋ। ਉਹਨਾਂ ਦੇ ਉਲਟ ਵੀ ਲਿਖਿਆ ਮਹਾਰਾਜ ਨੇ, ਗਰੀਬਾਂ ਉੱਪਰ ਜੋ ਖਿੰਚੇ ਦਾੜੀ, ਸਾ ਦਾੜੀ ਪ੍ਰਭ ਅਗਨ ਮੇ ਸਾੜੀ। ਜੇ ਦਾੜੀ ਰੱਖਣੀ ਹੈ ਤੇ ਉਹਦੀ ਲਾਜ ਰੱਖੋ, ਸੇ ਦਾੜੀਆਂ ਸੱਚੀਆਂ ਜੋ ਗੁਰਚਰਨੀ ਲੱਗਣ। ਆਖਰੀ ਤੋਂ ਕਾਈ ਹੈ ਬਾਣੀ। ਅਸੀਂ ਦਾੜੀਆਂ ਦੇ, ਕੇਸਾਂ ਦੇ, ਸਾਰੀਆਂ ਚੀਜ਼ਾਂ ਦੇ ਹਵਾਲੇ ਤਾਂ ਦੇ ਰਹੇ ਹਾਂ। ਇਹ ਬੜੀ ਵੱਡੀ ਚੀਜ਼ ਹੈ, ਮੁੱਲ ਦਾਤ ਹੈ ਸਾਨੂੰ ਜਿਹੜੀ ਇਹ ਸਾਬਤ ਸੂਰਤ ਰੱਖਣੀ ਹੈ, ਪਰ ਇਹਦੀ ਲਾਜ ਰੱਖਣੀ ਹੈ। ਗਰੀਬਾਂ ਉੱਪਰ ਜੋ ਖਿੰਚੇ ਦਾੜੀ, ਸਾ ਦਾੜੀ ਪਰ ਅਗਨ ਮੇ ਸਾੜੀ। ਦੂਸਰਾ ਹੈ ਸੇ ਦਾੜੀਆਂ ਸੱਚੀਆਂ ਜੋ ਗੁਰਚਰਨੀ ਲੱਗਣ। ਇਸ ਕਰਕੇ ਜਿਹੜੀਆਂ ਦਾੜੀਆਂ ਇਹ ਸਾਰੀਆਂ ਸੀ, ਇਹ ਰਿਵਾਜ਼ ਕਿੱਥੋਂ ਤੁਰਿਆ ਸਾਡੇ ਨਾਈਆਂ ਕੋਲ ਉਸ ਤਰ੍ਹਾਂ ਤੇ ਕੈਂਚੀਆਂ ਨਹੀਂ ਸੀ ਹੁੰਦੀਆਂ। ਇਹ ਮੁਗਲ ਲਿਆਏ, ਮੁਸਲਮਾਨ ਲਿਆਏ, ਕਿਉਂਕਿ ਇਹਨਾਂ ਦੀ ਹਦੀਸ 'ਚ ਲਿਖਿਆ ਵੀ ਇੰਨੇ ਕੁ ਕੱਛ ਦੇ ਵਾਲ ਮੰਨੋ, ਇੰਨੇ ਕੁ ਦਾੜੀ ਦੇ ਮੰਨੋ, ਇਹਨਾਂ ਨੂੰ ਵੱਡੀ ਨਾ ਦਾੜੀ ਹੋਵੇ। ਇਸ ਤਰ੍ਹਾਂ ਸਾਰੀ ਹਦੀਸ 'ਚ ਇਹਨਾਂ ਦੀ ਸ਼ਰ੍ਹਾ ਅਜੀਬ ਹੈ।
ਉਸ ਕਰਕੇ ਉਹ ਦਾੜੀਆਂ ਮਨਾਉਂਦੇ ਸੀ ਔਰ ਹਮੇਸ਼ਾ ਹੀ ਇਹਨਾਂ ਦਾ ਸਿਰ ਨਾਈਆਂ ਦੇ ਅੱਗੇ ਰਹਿੰਦਾ, ਕਿਉਂਕਿ ਹਜਾਮਤਾਂ ਕਰਾਉਂਦੇ ਸੀ, ਸਾਰਾ ਕਰਦੇ ਸੀ। ਇਹ ਉਸ ਤਰ੍ਹਾਂ ਤੇ ਕੈਂਚੀ ਉਧਰ ਨੂੰ ਲਿਆਇਆ। ਸਾਡੇ ਜਿਹੜੇ ਨਾਈ ਸੀ ਉਹ ਬੜੇ ਬੜੇ ਭਗਤ ਹੋਏ ਆ। ਅਸੀਂ ਹੁਣ ਉਹਦੀ ਤੁਕ ਦੇਣ ਲੱਗੇ ਹਾਂ। ਸੈਣ ਨਾਈ ਬੁੱਤ ਕਾਰੀਆ ਬੁੱਤਕਾਰੀਆ ਨਹੀਂ ਸੀ, ਬੁੱਤਾਂ ਨੂੰ ਪੂਜਦਾ ਸੀ। ਬੁੱਤਕਾਰੀਆ ਕਹਿੰਦੇ ਸੀ ਬੁੱਤੀਆਂ ਲੈ ਜਾਂਦਾ ਸੀ। ਪਿੰਡੀ ਥਾਈਂ ਵਿਆਹਾਂ ਦੀਆਂ ਚਿੱਠੀਆਂ, ਲੈਟਰਸ, ਹੋਰ ਸ਼ੁਭ ਕੰਮਾਂ, ਕੁੜਮਾਈ ਕਰਾਉਣੀ ਕਿਸੇ ਦੀ, ਸਾਰੀਆਂ ਇਹ ਬੁੱਤੀਆਂ ਕਰਦੇ ਹੁੰਦੇ ਸੀ ਨਾਈ। ਤਾਂ ਉਹਨੂੰ ਕਿਹਾ ਸੈਣ ਨਾਈ ਬੁੱਤਕਾਰੀਆ। ਬੁੱਤਕਾਰੀਆ ਕੀ ਬੁੱਤੀਆਂ ਮੈਸੇਜ ਵੀ ਜਾਂਦਾ ਸੀ। ਔਰ ਇਹਨੂੰ ਪਿੰਡ ਦੇ ਵਿੱਚ ਐਸਾ ਆਲਾ ਦਰਜਾ ਦਿੱਤਾ ਨਾ ਸੀ। ਇਹਨੂੰ ਨਾਈ ਨੂੰ ਰਾਜਾ ਜੀ ਕਹਿੰਦੇ ਹੁੰਦੇ। ਰਾਜਾ ਜੀ ਆ ਲੜਕੀ ਦੀ ਸ਼ਾਦੀ ਹੋਣੀ ਆ, ਜਰਾ ਚਿੱਠੀ ਲੈ ਜਾਓ। ਔਰ ਉਹ ਰਿਸ਼ਤੇ ਕਰਾਉਂਦਾ ਸੀ। ਸਾਡੇ ਨਾਈ ਉਸ ਤਰ੍ਹਾਂ ਇਹ ਨਹੀਂ ਇਹ ਬਾਹਰੋਂ ਆਏ ਨਾਈ, ਉਹ ਉਸ ਤਰ੍ਹਾਂ ਔਰ ਕੈਂਚੀ ਲਿਆਏ ਜਿੱਥੋਂ ਸਾਫ਼ ਸਤੀ ਯਾਦ ਹੁੰਦੀ ਹੈ ਵੀ ਸਾਡਾ ਪਹਿਲਾਂ ਪੂਰਾ ਜਿਹੜਾ ਰਿਸ਼ੀ ਮੁਨੀਆਂ ਤੋਂ ਚੱਲੀ ਆ ਰਹੀ ਸੀ ਚੀਜ਼ ਇਹ ਸਾਰੀ। ਇਹ ਦਾੜੀ ਕੇ ਸਾਬ ਸੂਰ ਸੀ। ਸਾਡੀ ਜਿਹੜੀ ਨੈਣ ਗੁਰੂ ਅਰਜਨ ਪਾਤਸ਼ਾਹ ਨੇ ਸ਼ਬਦ ਮਹੱਲੇ ਪੰਜਵੇਂ ਦਾ ਦਿੱਤਾ। ਉਹ ਕਹਿੰਦੇ ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ ਪ੍ਰਗਟ ਹੋਆ ਸਾਧ ਸੰਗ ਭਗਤਾਂ ਮੇ ਗਣਿਆ। ਅੱਗੇ ਧੰਨੇ ਦਾ ਜ਼ਿਕਰ ਆਉਂਦਾ, ਕਬੀਰ ਦਾ ਜ਼ਿਕਰ ਆਉਂਦਾ। ਪਹਿਲਾਂ ਗੋਬਿੰਦ 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 ਸੰਗੇ ਨਾਮ ਦਿਓ ਮਨ ਲੀਣਾ। ਇਹ ਬਿਦ ਸੁਣ ਕੇ ਜਾਟ ਰੋਟ ਭਗਤੀ ਲੱਗ ਆਏ, ਸਾਰੇ ਭਗਤ ਹੋਏ ਆ। ਔਰ ਬੁੱਤਕਾਰੀਆ ਦਾ ਲਫ਼ਜ਼ ਅਸੀਂ ਕਲੀਅਰ ਕਰ ਦਈਏ, ਬੁੱਤੀਆਂ ਲਿਜਾਣਾ ਸੀ ਕੰਮ, ਮੈਸੇਜ ਲਿਜਾਣੇ ਸੀ। ਔਰ ਬੜੀ ਉੱਚਾ ਦਰਜਾ ਸੀ ਇਹਨਾਂ ਦੀ। ਇਹ ਉਸਤਰੇ ਕੰਤੇ ਇਹਨਾਂ ਦੇ ਨਾਈ ਲਿਆਏ ਜਾ ਕੇ, ਇਸ ਕਰਕੇ ਕਿਉਂਕਿ ਇਹਨਾਂ ਦੇ ਮੰਨਣ ਦਾ ਰਿਵਾਜ਼ ਸੀ, ਸਾਡੇ ਮੰਨਣ ਦਾ ਰਿਵਾਜ਼ ਨਹੀਂ ਸੀ। ਸੈਣ ਨਾਈ ਬੁੱਤਕਾਰੀਆ ਸੈਣ ਨਾਈ ਬੁੱਤਕਾਰੀਆ। ਸਾਰੇ ਭਗਤ ਬਾਣੀ ਬਾਰ-ਬਾਰ ਆਉਂਦਾ ਵੀ ਜਿਸ ਵੇਲੇ ਮੁਰਦਾ ਸੜਦਾ ਸੀ ਉਹਦੇ ਕੇਸ ਸੜਦੇ ਸੀ, ਉਸ ਬੰਦੇ ਦੇ ਕੇਸ ਹੁੰਦੇ ਸੀ। ਤਾਂ ਕਰਕੇ ਬਾਣੀ 'ਚ ਲਿਖਿਆ ਕੇਸ ਜਲੇ ਕੇਸ ਕੇਸ ਜਲੇ ਜੈਸੇ ਘਾਸ ਕਾ ਜਿੱਦਾਂ ਪੂਲਾ ਸਟਰਾ ਦਾ ਇੱਕ ਪੂਲਾ ਅੰਕਿਆਂ ਦਾ ਬੰਨ੍ਹ ਕੇ ਸਾੜ ਦਿਓ, ਇੱਦਾਂ ਉਹਦੇ ਕੇਸ ਸੜਦੇ ਸੀ ਬੰਦੇ ਦੇ। ਹੁਣ ਕੇਸ ਹੁੰਦੇ ਹੀ ਸੀ ਤੇ ਰੱਖਦੇ ਸੀ ਤੇ ਲੋਕ ਲਿਖੇ ਆ। ਔਰ ਇਹ ਨਾਮਦੇਵ ਜੀ ਗੁਰੂ ਨਾਨਕ ਤੋਂ ਪਹਿਲਾਂ ਦੀ ਬਾਣੀ ਹੈ। ਕੇਸ ਚਲੇ ਜੈਸੇ ਘਾਸ ਕਾ ਪੂਲਾ ਕੇਸ ਚਲੇ ਜੈਸੇ ਘਾਸ ਕਾ ਪੂਲਾ ਸੇ ਦਾੜੀਆਂ ਸੇ ਦਾੜੀਆਂ ਸੱਚੀਆਂ ਸੇ ਦਾੜੀਆਂ ਸੱਚੀਆਂ ਜੋ ਗੋਰੇ ਚਰਨੀ ਲਗਨ ਜੋ ਗੋਰੇ ਚਰਨੀ ਲਗਨ ਗੋਰੇ ਚਰਨੀ ਲਗਨ ਜੋ ਗੋਰੇ ਚਰਨੀ। ਸਾਡੇ ਨਹੀਂ ਹੈ ਵੀ ਸਿਰਫ ਦਾੜੀ ਕੇਸ ਰੱਖ ਲੈਂਦੇ ਸੀ, ਬਲਕਿ ਦੁਮਾਲਾ ਬੰਨ੍ਹਦੇ ਸੀ। ਛੋਟੀ ਪੱਗ ਥੱਲੇ, ਉੱਤੇ ਵੱਡੀ ਪੱਗ। ਉਹਨੂੰ ਮਹਾਰਾਜ ਨਾ ਗੁਰੂ ਅਰਜਨ ਪਾਤਸ਼ਾਹ ਨਾ ਬਾਣੀ 'ਚ ਲਿਖਿਆ ਦੁਮਾਲੜਾ। ਦੋ ਥੱਲੇ ਕੇਸਾਂ ਦੇ ਉੱਤੇ ਇੱਕ ਫਿਰ ਦੂਸਰੀ ਦਸਤਾਰ। ਉਹਨੂੰ ਮਹਾਰਾਜ ਕਹਿੰਦੇ ਵੀ ਮੈਂ ਸਭ ਤੋਂ ਵੱਡਾ ਆਪਣੇ ਰੱਬ ਦਾ ਪਹਿਲਵਾਨ ਹੈ। ਇਸ ਵੇਲੇ ਪਹਿਲਵਾਨ ਛਿੰਝ 'ਚ ਜਿੱਤਦਾ ਸੀ ਅਖਾੜੇ ਦੇ ਵਿੱਚ, ਅਰੀਨੇ ਦੇ ਵਿੱਚ। ਉਹ ਵੀ ਉਹਨੂੰ ਦੁਮਾਲੜਾ ਚੜਾ ਕੇ ਜਾਂਦਾ ਸੀ ਵੀ ਮੈਂ ਜੇਤੂਗਾ। ਇਸ ਕਰਕੇ ਮਹਾਰਾਜ ਨੇ ਆਹ ਸ਼ਬਦ ਦਿੱਤਾ ਆਪਣੇ ਹਾਂ ਗੋਸਾਈਂ ਦਾ ਪਹਿਲਵਾਨ ਮੈਂ ਗੁਰ ਮਿਲ ਉੱਚੇ ਦੁਮਾਲੜਾ। ਅਜੇ ਸਿੱਖਾਂ 'ਚ ਦਸਤਾਰਬੰਦੀ ਦੀ ਰਸਮ ਹੈ। ਹਾਂ ਗੋਸਾਈਂ ਦਾ ਪਹਿਲਵਾਨ ਮੈਂ ਗੁਰ ਮਿਲ ਉੱਚੇ ਦੁਮਾਲੜਾ ਸੇ ਦਾੜੀਆਂ ਸੱਚੀਆਂ ਸੱਚੀਆਂ ਜੋ ਗੋਰੇ ਚਰਨੀ ਲਗਨ। ਸੋ ਇਹ ਦਾੜੀ ਕੇਸ ਜਿੰਨੇ ਸੀ ਇਹ ਮਹਾਰਾਜ ਦੀ ਐਸੀ ਦੇਣ ਹੈ ਬਾਣੀ ਦੇ ਵਿੱਚ, ਜਿਹੜਾ ਬਾਰ-ਬਾਰ ਜ਼ਿਕਰ ਆ ਰਿਹਾ ਹੈ। ਹੁਣ ਅਸੀਂ ਇੱਥੇ ਲੈਂਦੇ ਹਾਂ
ਭਾਈ ਮਹਾਰਾਜਾ ਰਣਜੀਤ ਸਿੰਘ ਤੋਂ ਦੇ ਦਰਬਾਰ ਦੇ ਵਿੱਚ ਜਿਹੜੇ ਫਰਾਂਸੀਸੀ ਆਰਟਿਲਰੀ ਦੇ ਹੈੱਡ ਸੀ, ਫਰਾਂਸੀਸੀ ਜਰਨੈਲ, ਉਹ ਨਪੋਲੀਅਨ ਦੇ ਜਰਨੈਲ ਰੱਖੇ ਸੀ ਮਹਾਰਾਜ ਨੇ, ਕਿਉਂਕਿ ਉਧਰ ਅੰਗਰੇਜ਼ ਸੀ। ਉਹਨਾਂ ਦੇ ਅਗੇਂਸਟ ਮਹਾਰਾਜਾ ਰਣਜੀਤ ਸਿੰਘ ਨਾਲ ਜਨਰਲ ਵੰਤੂਰਾ ਔਰ ਇੱਕ ਹੋਰ ਜਰਨੈਲ ਸੀ ਜਿਹੜਾ, ਲੇਕਿਨ ਸਾਰੇ ਦਰਬਾਰ 'ਚ ਹੁਕਮ ਸੀ, ਇਹ ਜਿਹੜੇ ਯੂਰਪੀਅਨ ਜਰਨਲ ਸੀ, ਭਾਈ ਤੁਸੀਂ ਜੋ ਮਰਜ਼ੀ ਹੋ ਟੋਪੀ ਪਾਓ, ਕੇਸ ਪਾਓ, ਪਰ ਤੁਹਾਨੂੰ ਦਾੜੀ ਰੱਖਣੀ ਪਏ। ਇਹ ਮਹਾਰਾਜ ਦਾ ਐਸਾ ਹੁਕਮ ਸੀ ਕਿ ਉਹ ਸਾਰੇ ਦਰਬਾਰ 'ਚ ਉਹਨਾਂ ਦੀਆਂ ਪੂਰੀਆਂ ਦਾੜੀਆਂ ਹੁੰਦੀਆਂ ਸੀ, ਉੱਤੇ ਜੋ ਮਰਜ਼ੀ ਟੋਪੀ ਪਾਉਣ, ਕੁਛ ਪਾਉਣ, ਉਹਨਾਂ ਨੂੰ ਹੋਰ ਨਹੀਂ ਸੀ ਬੰਦਸ਼, ਪਰ ਕਹਿੰਦਾ ਵੀ ਸਾਰੇ ਦਾੜੀਆਂ ਰੱਖੋ। ਇਹ ਹੁਣ ਤੱਕ ਅਸੂਲ ਹੈ। ਔਰ ਲਾਹੌਰ ਕਿਲੇ ਦੇ ਵਿੱਚ ਹਾਲੀ ਤੱਕ ਇੱਕ ਐਸੇ ਆਦਮੀ ਦੀ ਫੋਟੋ ਲੱਗੀ ਹੈ ਜਿਹੜਾ ਹਿੰਦੂ ਹੈ, ਪਰ ਉਹਦੇ ਥੱਲੇ ਲਿਖਿਆ ਰਤਨ ਚੰਦ ਦਾੜੀ ਵਾਲਾ। ਬੜਾ ਭਾਰਾ ਦੀਵਾਨ ਸੀ, ਹੈ ਹਿੰਦੂ ਸੀ, ਪਰ ਉਹਦੀ ਐਸੀ ਸੋਹਣੀ ਦਾੜੀ ਸੀ, ਮਹਾਰਾਜ ਨੇ ਉਹਨੂੰ ਸ਼ੇਰ ਪੱਕਾ ਦਹੀਂ ਰੋਜ਼ ਦਾ ਔਰ ਹੋਰ ਤੇਲ ਤਾਲ ਉਹਦੀ ਦਾੜੀ ਦਾ ਵਜ਼ੀਫਾ ਲਾਇਆ ਸੀ। ਔਰ ਉਹਦੀ ਪਗੜੀ ਐਸੀ ਸੋਹਣੀ ਨੇ ਬੰਨੀ, ਉਹਦੀ ਫੋਟੋ ਲਾਹੌਰ 'ਚ ਮੈਂ ਦੇਖੀ, ਹਾਲੀ ਤੱਕ ਕਿਲੇ 'ਚ ਲੱਗੀ। ਉਹਦਾ ਨਾਮ ਮਸ਼ਹੂਰ ਸੀ ਰਤਨ ਚੰਦ ਦਾੜੀ ਵਾਲਾ, ਉਹਦਾ ਨਾਂ ਹੀ ਰਤਨ ਚੰਦ ਦਾੜੀ ਵਾਲਾ ਹੈ। ਇਹ ਹੁਣੇ ਜੇ ਸਾਰੀਆਂ ਚੀਜ਼ਾਂ ਹਟੀਆਂ। ਪੁਰਾਤਨ ਸਿੱਖਾਂ ਨੂੰ ਇੰਨਾ ਮਾਣ ਸੀ ਇਹਨਾਂ ਚੀਜ਼ਾਂ ਦੇ ਉੱਤੇ, ਸਾਬਤ ਸੂਰ ਦੇ ਉੱਤੇ। ਆਓ ਅਸੀਂ ਹੁਣ ਉਹ ਕਹਾਣੀ ਲਈਏ ਜਿਹੜੀ ਕਿ ਹੁਣੇ ਹੁਣੇ ਬੀਤੀ ਹੈ। ਬਾਬਾ ਆਲਾ ਮਹਾਰਾਜਾ ਪਟਿਆਲੇ ਦਾ ਸਭ ਤੋਂ ਵੱਡਾ ਪਹਿਲਾ ਫਾਊਂਡਰ ਹੋਇਆ ਬਾਬਾ ਆਲਾ। ਇਹ ਆਲਾ ਸਿੰਘ ਤਾਂ ਬਣਿਆ ਸੀ ਜਦੋਂ ਨਵਾਬ ਕਪੂਰ ਸਿੰਘ ਦਾ ਜਥਾ ਇੱਧਰ ਆਇਆ ਮਾਲਵੇ ਦੇ ਵਿੱਚ, ਔਰ ਉਹਨਾਂ ਨੇ ਬਾਬੇ ਆਲੇ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਇਹਦਾ ਨਾਂ ਆਲਾ ਸਿੰਘ ਰੱਖ ਦਿੱਤਾ। ਔਰ ਐਡਾ ਤਗੜਾ ਨੌਜਵਾਨ ਸੀ ਜਿਹਨੇ ਪਟਿਆਲਾ ਬੱਧਾ, ਕਿਉਂਕਿ ਪਟਿਆਲੇ ਦਾ ਨਾਂ ਹੀ ਪੱਟੀ ਆਲਾ ਹੈ, ਆਲੇ ਦੀ ਪੱਟੀ। ਇਹਨੇ ਮੋਹੜਾ ਗੱਡਿਆ ਸੀ ਆਣ ਕੇ ਪਹਿਲਾਂ ਬਾਬੇ ਆਲੇ ਨਾਲ, ਤੇ ਉਹਦੇ ਨਾਂ ਤੋਂ ਇਹ ਪੱਟੀ ਆਲਾ ਹੈ। ਔਰ ਐਡਾ ਨਾਮ ਦਾ ਧਨੀ ਹੋ ਗਿਆ ਕਿ ਜਿਹਦੇ ਹਾਲੀ ਤੱਕ ਬਰਨਾਲੇ ਦੇ ਵਿੱਚ ਚੁੱਲ੍ਹੇ ਹੈ, ਔਰ ਇਹ ਲੰਗਰ ਲਾਉਂਦਾ ਸੀ ਗਰੀਬਾਂ ਲਈ। ਬਰਨਾਲੇ 'ਚ ਹਾਲੀ ਤੱਕ ਇਹਦੀ ਯਾਦਗਾਰ ਹੈ। ਔਰ ਮੁਬਾਰਕ ਕਿਲ੍ਹਾ ਜਿਹੜਾ ਪਟਿਆਲੇ ਦਾ, ਉਹਦੇ ਅੰਦਰ ਮੈਂ ਇੰਚਾਰਜ ਰਿਹਾ ਉਸ ਕਿਲ੍ਹੇ ਦਾ। ਉਸ ਕਿਲ੍ਹੇ ਦੇ ਅੰਦਰ ਹਾਲੀ ਤੱਕ ਧੂਣਾ ਧੁਖਦਾ, ਜਿੱਥੇ ਬਾਬਾ ਆਲਾ ਤਪੱਸਿਆ ਕਰਦਾ ਸੀ ਨਾਮ ਦਾ, ਹਾਲੀ ਤੱਕ ਉਹ ਮੰਨ ਨਹੀਂ ਆ ਰਿਹਾ। ਇਹ ਐਡਾ ਵੱਡਾ ਨਾਮ ਦਾ ਧਨੀ ਹੋ ਗਿਆ, ਪਰ ਇਹਦਾ ਨਾਂ ਆਲਾ ਸਿੰਘ ਸੀ। ਐਸਾ ਕੋਈ ਅਹਿਮਦ ਸ਼ਾਹ ਅਬਦਾਲੀ ਦਾ ਹੱਲਾ ਪਿਆ ਕਿ ਸਰਹੰਦ ਦੇ ਲਾਗੇ ਬਾਬਾ ਆਲਾ ਵੀ ਫੜਿਆ ਗਿਆ, ਹੋਰ ਸਿੱਖ ਫੜੇ ਗਏ ਸਰਦਾਰ। ਔਰ ਉੱਧਰੋਂ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਵੀ ਇਹਨਾਂ ਨੂੰ ਸਾਰਿਆਂ ਨੂੰ ਇੱਕ ਕਤਾਰ ਬੰਨ੍ਹ ਦਿਓ, ਇਹਨਾਂ ਦੇ ਹੱਥ ਪਿੱਛੇ ਬੰਨ੍ਹ ਕੇ, ਔਰ ਇੱਕ ਬੰਨੇ ਲੱਗੋ ਤਲਵਾਰ ਫੇਰੀ ਚੱਲੋ, ਔਰ ਇਹਨਾਂ ਦੀਆਂ ਗਰਦਨਾਂ ਇਹਨਾਂ ਦੇ ਮੋਢਿਆਂ ਤੋਂ ਉਤਾਰੀ ਚੱਲੋ। ਸਿੱਖਾਂ ਬੱਧੇ ਪਏ ਆ ਪਿੱਛੇ। ਕਰਮ ਸਿੰਘ ਸਟੋਰੀਅਨ ਜਿਹੜਾ ਐਡਾ ਵੱਡਾ ਸਟੋਰੀਅਨ ਹੋਇਆ, ਉਹ ਬਾਬੇ ਆਲੇ ਦੀ ਕਿਤਾਬ 'ਚ ਲਿਖਦਾ, ਕਿਉਂਕਿ ਉਹ ਪਟਿਆਲੇ ਦਾ ਗਵਰਨਮੈਂਟ ਵੱਲੋਂ ਬਾਰੇ ਜੇ ਨਾ ਆਪਣਾ ਇਤਿਹਾਸ ਖੋਜਣ ਲਈ ਪੁਰਾਣਾ, ਉਹਨਾਂ ਨੇ ਉਹ ਸਭ ਤੋਂ ਵੱਡੀ ਇਹ ਗੱਲ ਦੱਸੀ ਵੀ ਬਾਬੇ ਆਲੇ ਨੂੰ ਕੇਸ ਕਿੰਨੇ ਪਿਆਰੇ ਸੀ। ਉਹਨਾਂ ਨੇ ਜਿਸ ਵੇਲੇ ਇੱਕ ਤੋਂ ਵੱਡੀ ਜਾਨ, ਔਰ ਉਹ ਅਹਿਮਦ ਸ਼ਾਹ ਅਬਦਾਲੀ ਘੋੜੇ 'ਤੇ ਦੇਖ ਰਿਹਾ ਸੀ, ਜਦੋਂ ਬਾਬੇ ਆਲੇ ਦੀ ਵਾਰੀ ਆਈ ਤਾਂ ਉਹਨੇ ਕਹਿੰਦੇ ਖੜੇ ਹੋ ਜਾਓ, ਇਹਨੂੰ ਨਹੀਂ ਮਾਰਨਾ। ਉਹ ਖੜੇ ਹੋ ਗਏ ਜਲਾਦ, ਕਹਿੰਦੇ ਐਸਾ ਜਵਾਨ ਮੈਂ ਨਹੀਂ ਕਦੀ ਦੇਖਿਆ। ਐਡਾ ਵੱਡਾ ਜਵਾਨ ਸੀ, ਉੱਤੇ ਕੇਸ ਔਰ ਪਗੜੀ ਔਰ ਸਾਰਾ ਸੀ। ਔਰ ਜਿਸ ਵੇਲੇ ਉਹਨੂੰ ਦੇਖਿਆ ਕਹਿੰਦੇ ਇਹਨੂੰ ਨਾ ਕਤਲ ਕਰੋ, ਇਹੋ ਜਿਹਾ ਸੋਹਣਾ ਬੰਦਾ ਮੈਂ ਕਦੀ ਨਹੀਂ ਦੇਖਿਆ। ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਸਿੱਖ ਹੈ ਨਾ, ਇਹਦੇ ਵਾਲ ਮੁੰਨ ਸਿੱਟੋ, ਬੰਦਾ ਸਮਝ ਲਓ ਸਿੱਖ ਮਰ ਗਿਆ। ਦੇਖੋ ਤੁਸੀਂ, ਔਰ ਜਿਸ ਵੇਲੇ ਉਹਦੇ 'ਤੇ ਉਹ ਬਾਬਾ ਆਲਾ ਚੀਕਾਂ ਮਾਰਨਾ ਪਿਆ, ਕਹਿੰਦਾ ਮੇਰੀ ਗਰਦਨ ਉਡਾ ਦਿਓ, ਮੈਂ ਕੇਸ ਨਹੀਂ ਉੱਤੋਂ ਹਟਾਉਂ। ਉਹ ਕਹਿੰਦੀ ਜੇ ਤੂੰ ਕੇਸ ਨਹੀਂ ਹਟਾਉਣੇ ਤਾਂ ਤੈਨੂੰ ਇੰਨੇ ਲੱਖ ਰੁਪਇਆ ਜੁਰਮਾਨਾ ਆਪਣੀ ਰਿਆਸਤ 'ਚੋਂ ਇਕੱਠਾ ਕਰਕੇ ਦੇ। ਕਹਿੰਦਾ ਮੈਂ ਹੁਣੇ ਆਪਣੀ ਰਾਣੀ ਨੂੰ ਹੁਕਮ ਭੇਜਦਾ ਸਾਰੇ ਪਟਿਆਲੇ 'ਚੋਂ, ਤੁਹਾਨੂੰ ਪੈਸਾ ਦੇ ਦੇਣਾ, ਪਰ ਮੈਂ ਆਪਣੇ ਕੇਸ ਨਹੀਂ ਕਤਲ ਕਰਾਉਣੇ, ਨਹੀਂ ਤਾਂ ਮੇਰੀ ਗਰਦਨ ਲਾ ਸਿੱਟੋ। ਆਹ ਹਿਸਟਰੀ ਆ ਹੁਣ ਦੀ। ਜਿਸ ਵੇਲੇ ਉਹਨੇ, ਉਹਨਾਂ ਦੀ ਘਰ ਵਾਲੀ ਦਾ ਨਾਂ ਸੀ ਫਤੋ, ਪੁਰਾਣਾ ਨਾਂ ਰਾਣੀ ਫਤੋ ਨੇ, ਜਿਸ ਵੇਲੇ ਸੁਣਿਆ ਉਹਨੇ ਰਾਤੋਂ ਰਾਤ ਇੰਨਾ ਰੁਪਈਆ ਇਕੱਠਾ ਕਰਕੇ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ, ਔਰ ਬਾਬੇ ਆਲੇ ਨੂੰ ਛਡਾ ਕੇ ਗਏ। ਆਹ ਹਿਸਟਰੀ ਹੈ ਵਾਲਿਆਂ ਦੀ। ਦੂਸਰੀ ਅਸੀਂ ਹਿਸਟਰੀ ਦਿੰਦੇ ਹਾਂ ਭਾਈ ਤਾਰੂ ਸਿੰਘ ਦੀ, ਜਿਨ੍ਹਾਂ ਨੇ ਖੋਪਰੀ ਲਵਾ ਲਈ ਸੀ। ਭਾਈ ਤਾਰੂ ਸਿੰਘ ਆਪਣੇ ਵਾੜੇ 'ਚ ਰਹਿੰਦਾ ਸੀ ਆਪਣੀ ਭੈਣ ਦੇ ਨਾਲ, ਅੰਮ੍ਰਿਤਸਰ ਦੇ ਲਾਗੇ। ਉਹ ਮੈਂ ਜਗ੍ਹਾ ਦੇਖੀ ਆ, ਸਾਡੇ ਪਿੰਡਾਂ ਲਾਗੇ ਆ, ਔਰ ਬੜੀ ਭਗਤੀ ਵਾਲਾ ਬੰਦਾ ਸੀ ਭਾਈ ਤਾਰੂ ਸਿੰਘ। ਔਰ ਯਾਦ ਰੱਖੋ ਇਹਨਾਂ ਸਾਰਿਆਂ ਦੇ ਨਾਂ ਸਿੰਘ ਹੈ, ਤਾਂ ਕਰਕੇ ਅਸੀਂ ਹਿਸਟਰੀ ਲਿਆ ਰਹੇ ਹਾਂ। ਇਸ ਕਰਕੇ ਜਿਹੜਾ ਬਾਬਾ ਆਲਾ ਸੀ, ਉੱਥੋਂ ਬਾਅਦ ਭਾਈ ਤਾਰੂ ਸਿੰਘ ਦੀ ਅਸੀਂ ਐਸੀ ਹਿਸਟਰੀ ਦੱਸਦੇ ਹਾਂ। ਬਾਅਦ ਅਸੀਂ ਭਾਈ ਤਾਰੂ ਸਿੰਘ ਜਿਹੜਾ ਪਹਿਲਾਂ
ਭਾਈ ਤਾਰੂ ਸਿੰਘ ਐਸਾ ਸੀ ਜਿਹੜਾ ਬਾੜੇ ਆਪਣੀ ਭੈਣ ਦੇ ਨਾਲ ਰਹਿ ਸੀ ਔਰ ਬਹੁਤ ਨਾਮ ਦਾ ਖਿਡਾਰੀ ਸੀ, ਲੇਕਿਨ ਬਿਫਤਾ ਮਾਰੇ ਸਿੰਘ ਉਹਦੇ ਕੋਲ ਉਸ ਬਾੜੇ 'ਚ ਆਣ ਕੇ ਰਾਤ ਕੱਟ ਜਾਂਦੀ ਸੀ। ਉਹਦੀ ਸ਼ਿਕਾਇਤ ਹੋ ਗਈ ਔਰ ਸ਼ਿਕਾਇਤ ਜਿਸ ਵੇਲੇ ਹੋ ਗਈ ਉਹਨੂੰ ਲਾਹੌਰ 'ਚ ਫੜ ਕੇ ਲੈ ਗਿਆ ਔਰ ਉਹਨੂੰ ਕਤਲ ਕਰਨ ਲੱਗੇ। ਉਹਨੂੰ ਕਹਿੰਦੇ ਵੀ ਇਹਦੇ ਕੇਸ ਲਾ ਦਿਓ, ਸਿੱਖ ਕਤਲ ਹੋ ਜਾਂਦਾ ਹੈ। ਉਹ ਕਹਿੰਦਾ ਮੈਂ ਕੇਸ ਨਹੀਂ ਲਾਉਣੇ। ਉਹ ਕਹਿੰਦੇ ਕੇਸ ਨਹੀਂ ਲਵਾਉਣੇ ਤੇ ਤੂੰ ਹੋਰ ਕੀ ਕਰਨਾ? ਕਹਿੰਦਾ ਮੇਰੀ ਖੋਪਰੀ ਕੱਟ ਸਕਦੇ ਹੋ, ਥੱਲਿਓਂ ਆੜੀ ਸਾਡੀ ਸਕੈਪੂਲਾ ਆ ਟੈਂਪਲ ਬੋਨ ਵਗੈਰਾ ਕਈ ਹੱਡੀਆਂ ਹੁੰਦੀਆਂ ਬਣ ਕੇ ਖੋਪਰੀ ਬਣਦੀ ਹੈ, ਉਹਦੇ ਉੱਤੇ ਵਾਲ ਹੁੰਦੇ ਆ। ਕਹਿੰਦੇ ਮੇਰੀ ਖੋਪਰੀ ਉਤਾਰ ਸਕਦੇ ਹੋ ਪਰ ਸਣੇ ਵਾਲਾਂ ਦੇ, ਮੈਂ ਵਾਲ ਨਹੀਂ ਉੱਤੋਂ ਕਟਾਉਣੇ। ਦੇਖੋ ਕੈਸਾ ਸਿੱਖ। ਔਰ ਹੁਣ ਦੀ ਹਿਸਟਰੀ ਆ। ਔਰ ਰਤਨ ਸਿੰਘ ਭੰਗੂ ਆਪਣੇ ਪੰਥ ਪ੍ਰਕਾਸ਼ 'ਚ ਲਿਖਦਾ ਹੈ। ਉਹ ਕਹਿੰਦੇ ਜਿਸ ਵੇਲੇ ਉਹਨੂੰ ਉਤਾਰਿਆ ਗਿਆ ਫਿਰ ਆਏ ਉਹ ਮੁਸਲਮਾਨ ਜਲਾਦ, ਉਹਨਾਂ ਨੇ ਰੰਬੀ ਇੱਥੇ ਪਾ ਕੇ ਖੋਪ ਸਿੱਟੀ ਤਾਂ ਤੱਕ ਔਰ ਸਾਰੀ ਖੋਪੜੀ ਉਤਾਰ ਕੇ ਤਾਂ ਖਿੱਚ ਰਿਹਾ ਜੂੜਾ, ਥੱਲੇ ਲਹੂ ਵਗਣ ਲੱਗ ਪਿਆ ਔਰ ਸਾਰਾ ਔਰ ਖੋਪੜੀ ਤੋਂ ਬਗੈਰ ਜਮ ਉਹ 20 ਦਿਨ ਜੀਂਦਾ ਰਿਹਾ ਭਾਈ ਤਾਰੂ ਸਿੰਘ। ਖੋਪਰੀ ਸੁੱਟ ਦਿੱਤੀ ਆ ਬਾਲ ਲੈ ਕੇ ਸਾਰੇ, ਔਰ ਉੱਥੋਂ ਬਾਅਦ ਉਹ ਜਿਹੜੀ ਖੋਪਰੀ ਸੁੱਟੀ ਉਹਨੂੰ ਉਸੇ ਤਰ੍ਹਾਂ ਬੰਨ੍ਹ ਕੇ ਤੇ ਕਿਸੇ ਅੰਦਰ ਸੁੱਟ ਦਿੱਤਾ ਵੀ ਆਪੇ ਮਰ ਜਾਣਾ ਹੁਣ। ਲੇਕਿਨ ਉਹਨੂੰ ਹੁਕਮ ਹੋਇਆ ਜਿਸ ਵੇਲੇ ਉਹਨਾਂ ਨਾਲ ਪਹਿਰੇਦਾਰਾਂ ਨੇ ਕਿਹਾ ਜੀ ਅੱਜ ਤੇ 20 ਦਿਨ ਹੋ ਗਏ ਤੇ ਹਾਲੀ ਤੱਕ ਵਾਗਰੂ ਵਾਗਰੂ ਕਰੀ ਜਾਂਦਾ, ਉਹ ਤੇ ਮਰਿਆ ਨਹੀਂ ਹੈ ਤਾਰੂ ਸਿੰਘ। ਔਰ ਉਧਰੋਂ ਨਵਾਬ ਦਾ ਪਿਸ਼ਾਬ ਬੰਦ ਹੋ ਗਿਆ, ਉਹਨੂੰ ਪਿਸ਼ਾਬ ਨਾ ਆਵੇ। ਬੜੀ ਉਹਨੇ ਫਿਰ ਤਰਲੇ ਭਰੇ ਵੀ ਮੈਨੂੰ ਕੀ ਗੱਲ ਹੋ। ਕਹਿੰਦੇ ਉਹ ਕੋਈ ਭਗਤ ਆਦਮੀ ਹੈ ਬੰਦਗੀ ਵਾਲਾ, ਮੈਨੂੰ ਉਹਦੇ ਕੋਲ ਲੈ ਚੱਲੋ ਔਰ ਉਹ ਮੈਂ ਤਾਂ ਬਚਾਂਗਾ, ਮੈਂ ਤਾਂ ਮਰਨ ਲੱਗਾ ਜਿਹਨੇ ਹੁਕਮ ਦਿੱਤਾ ਸੀ ਕਰਨੀ ਦਾ। ਭਾਈ ਤਾਰੂ ਸਿੰਘ ਨੇ ਕਿਹਾ ਵੀ ਤੂੰ ਕਪਾਹ ਦੇ ਭਲੇਵੇਂ, ਤੂੰ ਮੱਖਣ ਦੇ ਭਲੇਵੇਂ ਕਪਾਹ ਮੂੰਹ 'ਚ ਪਾ ਲਈ ਹੈ ਤੂੰ। ਕਿਉਂ ਉਹਨਾਂ ਦਾ ਵਚਨ ਸੀ ਵੀ ਤੂੰ ਹਕੀਕਤ ਰਾਏ ਨੂੰ ਕਤਲ ਕੀਤਾ ਹੁਣੇ ਜੇ। ਹਕੀਕਤ ਰਾਏ ਹਿੰਦੂ ਮੁੰਡਾ ਸੀ, ਸਕੂਲ 'ਚ ਮੁਸਲਮਾਨ ਤੇ ਹਿੰਦੂ ਮੁੰਡੇ ਪੜ੍ਹਦੇ ਸੀ ਲਾਹੌਰ ਦਾ। ਹਕੀਕਤ ਰਾਏ ਬੜੀ ਸ਼ਹਾਦਤ ਮਸ਼ਹੂਰ ਹੈ। ਔਰ ਉਹਨੇ ਮੁਸਲਮਾਨਾਂ ਦੇ ਮੁੰਡਿਆਂ ਨੇ ਉਹਨਾਂ ਦੀ ਦੁਰਗਾ ਮਾਈ ਨੂੰ ਗਾਲ ਕੱਢੀ, ਉਹਨੇ ਮੁਹੰਮਦ ਸਾਹਿਬ ਦੀ ਵਾਈਫ ਨੂੰ ਗਾਲ ਕੱਢ ਸਿੱਟੀ। ਉਹ ਫੜਿਆ ਗਿਆ, ਕਾਜ਼ੀਆਂ ਨੇ ਰਿਸ਼ਵਤ ਦੇ ਦਿੱਤਾ ਵੀ ਇਹਦਾ ਜਿਹੜਾ ਮੁੰਡਾ ਇਹਨੇ ਨੇ ਹਜ਼ਰਤ ਸਾਹਿਬ ਦੀ ਵਾਈਫ ਨੂੰ ਗਾਲ ਦਿੱਤੀ ਹੈ। ਉਹ ਕਹਿੰਦਾ ਮੈਂ ਇਹਨਾਂ ਨਾਲ ਪਹਿਲਾਂ ਮੈਨੂੰ ਗਾਲ ਦਿੱਤੀ ਜਿੱਦਾਂ ਬੱਚਾ ਛੋਟਾ ਜਿਹਾ ਸੀ। ਔਰ ਉਹਨੂੰ ਬਾਅਦ ਉਹ ਜਿਹੜਾ ਬੱਚਾ ਸੀ ਉਹਨੂੰ 2 ਲੱਕੜਾਂ ਐਂ ਰੱਖ ਕੇ ਉਹਦਾ ਸਿਰ ਵਿੱਚ ਰੱਖ ਕੇ ਤੇ ਉੱਤੋਂ ਕਤਲ ਕਰ ਦਿੱਤਾ ਗਿਆ। ਲਾਹੌਰ ਹਕੀਕਤ ਰਾਏ ਦਾ ਕਤਲ ਜਿਹਦੇ ਹਾਲੀ ਤੱਕ ਲਾਹੌਰ 'ਚ ਬਸੰਤ ਪੰਚਮੀ ਦਾ ਪਤੰਗਾਂ ਦਾ ਮੇਲਾ ਲੱਗਦਾ ਉਹਦੀ ਯਾਦ 'ਚ। ਉਹ ਹਕੀਕਤ ਰਾਏ ਨੂੰ ਉਸ ਵੇਲੇ ਤਾਰੂ ਸਿੰਘ ਆਂਦਰੂ ਕਿਹਾ ਤੂੰ ਅੱਗੇ ਹਕੀਕਤ ਰਾਏ ਨੂੰ ਕਤਲ ਕਰਕੇ ਤੇ ਤੂੰ ਸਮਝ ਗਿਆ ਵੀ ਮੈਂ ਕੀ ਹਾਂ, ਤੂੰ ਮੱਖਣ ਦੇ ਭਲੇਵੇਂ ਹੁਣ ਕਪਾਹ ਮੂੰਹ 'ਚ ਪਾ ਲਿਆ, ਸਿੰਘ ਨਾਲ ਹੱਥ ਲੈ ਲਿਆ, ਹੁਣ ਤੇਰਾ ਪਿਸ਼ਾਬ ਨਹੀਂ ਖੁੱਲ੍ਹਣਾ, ਤੈਨੂੰ ਇੱਦਾਂ ਹੀ ਗਾਂ ਤੇਰੀ ਮੌਤ ਹੋ ਜਾਣੀ ਹੈ। ਉਹਨੇ ਹਾਰ ਕੇ ਬੜੇ ਤਰਲੇ ਕੀਤੇ ਉਹਨਾਂ ਨਾਲ। ਉਹ ਫਿਰ ਕਹਿਣ ਲੱਗੇ ਹੋਰ ਇਹਦਾ ਕੋਈ ਇਲਾਜ ਨਹੀਂ ਹੈ। ਭਾਈ ਤਾਰੂ ਸਿੰਘ ਨੇ ਕਿਹਾ ਵੀ ਆ ਮੇਰਾ ਛਿੱਤਰ ਲੈ ਜਾਓ, ਜਿੰਨੇ ਛਿੱਤਰ ਮਾਰੋਗੇ ਉਹਨੇ ਇਹਦੇ ਤੁੱਪ ਕੇ ਡਿੱਗਣਗੇ ਥੱਲੇ ਤਾਂ ਇਹਨੂੰ ਆਰਾਮ ਆਊਗਾ। ਕਹਿੰਦੇ ਉਹ ਛਿੱਤਰ ਖਾਂਦਾ ਖਾਂਦਾ ਹੀ ਮਰ ਗਿਆ ਨਵਾਬ। ਔਰ ਉੱਥੋਂ ਬਾਅਦ ਫਿਰ ਭਾਈ ਤਾਰੂ ਸਿੰਘ ਗਿਆ ਸੀ ਪੰਥ ਨੂੰ ਕਈ ਸਾਲਾਂ ਦੇ ਕਹਿ ਰਹੇ ਆ ਵੀ ਜੇ ਯਾਦ ਮਨਾਉਣੀ ਹੈ ਕੇਸਾਂ ਦੀ ਤੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਕਰ। ਉਹ ਅਸਲ ਹੈ ਜਿਹੜੇ ਸਾਰੇ ਸਿੱਖ ਹੁਣ ਤਰਲੇ ਭਰ ਰਹੇ ਵੀ ਜੇ ਕੇਸਾਂ ਨੂੰ ਬਚਾਉਣਾ ਹੈ ਤਾਂ ਭਾਈ ਤਾਰੂ ਸਿੰਘ ਦਾ। ਦੂਸਰੀ ਅਸੀਂ ਹਿਸਟਰੀ ਹੁਣੇ ਸਾਹਿਬਜ਼ਾਦਿਆਂ ਛੋਟਿਆਂ ਦੀ ਦਿੰਦੇ ਹਾਂ। ਛੋਟੇ ਸਾਹਿਬਜ਼ਾਦੇ ਫੜੇ ਗਏ, ਉਹਨਾਂ ਨਾਲ ਸਰਹੰਦ ਦੇ ਜਦੋਂ ਦਰਬਾਰ 'ਚ ਆਇਆ ਉਹਨਾਂ ਨੇ ਗੱਜ ਕੇ ਫਤਿਹ ਬੁਲਾਈ ਹੈ। ਸਰਹੰਦ ਸੜ ਗਿਆ ਹੈ। ਉਹ ਕਹਿੰਦਾ ਇਹਨਾਂ ਨੂੰ ਲਾਰਾ ਦਿਓ। ਉਹਨਾਂ ਨੇ ਕਿਹਾ ਤੁਹਾਡੀਆਂ ਸ਼ਾਦੀਆਂ ਬੜੇ ਥਾਂ ਕਰ ਦਾਂਗੇ, ਤੁਸੀਂ ਮੰਨ